ਵਾਇਸ ਆਫ ਇੰਡੀਆ ਦੇ ਸਟੂਡੀਓ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਅਸੀਂ ਇਮੀਗ੍ਰੇਸ਼ਨ ਦੇ ਸਬੰਧ ਵਿੱਚ ਵੱਖਰੇ ਵੱਖਰੇ ਕੰਸਲਟੈਂਟ ਨੂੰ ਸਮੇਂ-ਸਮੇਂ ਤੇ ਆਪਣੇ ਸਟੂਡੀਓ ਦੇ ਵਿੱਚ ਇਨਵਾਈਟ ਕਰਦੇ ਹਾਂ ਤਾਂ ਕਿ ਸਾਡੀ ਕਮਿਊਨਿਟੀ ਦੇ ਲੋਕ ਅਵੇਅਰ ਹੋ ਸਕਣ ਇਮੀਗ੍ਰੇਸ਼ਨ ਲਾਅ ਬਾਰੇ। ਬਹੁਤ ਸਾਰੇ ਲੋਕਾਂ ਦੇ ਕੁਐਸਚਨ ਹੁੰਦੇ ਆ ਕਿ ਅਸੀਂ ਆਪਣੇ ਭੈਣ ਭਰਾ ਨੂੰ, ਧੀ ਪੁੱਤਰ ਨੂੰ, ਕਿਸੇ ਰਿਸ਼ਤੇਦਾਰ ਨੂੰ, ਜਾਣਕਾਰ ਨੂੰ ਕਿਸੇ ਵੀ ਤਰੀਕੇ ਕੈਨੇਡਾ ਵਿੱਚ ਬੁਲਾਉਣਾ ਚਾਹੁੰਦੇ ਆ ਤਾਂ ਉਹ ਕਿਵੇਂ ਆ ਸਕਦਾ। ਤੇ ਫਿਰ ਜੇ ਪ੍ਰੋਪਰ ਕੰਸਲਟੈਂਸੀ ਨਾ ਹੋਵੇ ਤਾਂ ਸ਼ਾਇਦ ਆਪੇ ਲਾਈਆਂ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਡਿਕਲਾਈਨ ਹੋ ਜਾਂਦੀਆਂ, ਫਿਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ, ਨਿਰਾਸ਼ਾ ਹੁੰਦੀ ਹੈ। ਕਈ ਵਾਰੀ ਛੋਟੀ ਜਿਹੀ ਗੱਲ ਜਿਹੜੀ ਹੈ ਉਹ ਬੜੇ ਵੱਡੇ ਅਰਥ ਕੱਢਦੀ ਹੈ ਅਤੇ ਗੱਲ ਦੂਰ ਜਾ ਪੈਂਦੀ ਹੈ। ਇਸ ਵਾਰੀ ਅਸੀਂ ਆਪਣੇ ਵਿਨੀਪੈਗ ਦੇ ਜਿਹੜੇ ਨਾਮਵਰ ਕੰਸਲਟੈਂਟ ਹੈਗੇ ਇਮੀਗ੍ਰੇਸ਼ਨ ਦੇ ਕੰਸਲਟੈਂਟ ਤੇਜਿੰਦਰ ਸ਼ਰਮਾ ਜੀ ਨੂੰ ਇਨਵਾਈਟ ਕੀਤਾ। ਸ਼ਰਮਾ ਜੀ ਵੈਲਕਮ, ਸਤਿ ਸ਼੍ਰੀ ਅਕਾਲ। ਐਮਪੀ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਹਾਡੇ ਸਾਰੇ ਲਿਸਨਰਸ ਨੂੰ ਜੀ, ਔਰ ਮੈਂ ਸਾਰਿਆਂ ਦੇ ਰੂਬਰੂ ਹੋਣ ਲਈ ਤੇ ਬੜਾ ਮਾਣ ਮਹਿਸੂਸ ਕਰਦਾ। ਸਤਿ ਸ਼੍ਰੀ ਅਕਾਲ ਜੀ। ਇਮੀਗ੍ਰੇਸ਼ਨ ਇੱਕ ਬੜਾ ਵਾਈਡ ਸਬਜੈਕਟ ਹੈ ਜੀ। ਵਾਈਡ ਸਬਜੈਕਟ ਉਹਨਾਂ ਵਾਸਤੇ ਨਹੀਂ ਜਿਨ੍ਹਾਂ ਨੇ ਸਟੱਡੀ ਕਰਨੀ, ਵਾਈਡ ਲੋਕਾਂ ਵਾਸਤੇ ਹੈ ਕਿਉਂਕਿ ਹਰ ਇੱਕ ਜਿਹੜਾ ਤੁਹਾਡਾ ਕਲਾਇੰਟ ਹੈ ਉਹਦੀ ਸਿਚੁਏਸ਼ਨ ਡਿਫਰੈਂਟ ਹੈ ਜੀ, ਉਹਦੇ ਕੁਐਸਚਨ ਡਿਫਰੈਂਟ ਹੁੰਦੇ ਆ। ਉਸ ਕਲਾਇੰਟ ਨੂੰ ਸੈਟਿਸਫਾਈ ਕਰਾਉਣਾ ਜਾਂ ਅਸਲ ਵਿੱਚ ਉਹਦੀ ਐਪਲੀਕੇਸ਼ਨ ਨੂੰ ਮੈਚਿਓਰ ਕਰਾਉਣਾ, ਹਾਂਜੀ, ਯਾਨੀ ਇਮੀਗ੍ਰੇਸ਼ਨ ਆਫਿਸਰ ਦੇ ਸਾਹਮਣੇ ਪ੍ਰੈਜ਼ੈਂਟ ਕਰਨਾ ਤੇ ਫਿਰ ਉਹਨੂੰ ਇਮੀਗ੍ਰੇਸ਼ਨ ਆਫਿਸਰ ਨੂੰ ਸੈਟਿਸਫਾਈ ਕਰਨਾ ਜੀ, ਤੇ ਵੀਜ਼ਾ ਉਹਦਾ ਲੱਗੇ। ਇਹ ਤੁਹਾਡੀ ਕੋਸ਼ਿਸ਼ ਵੀ ਹੁੰਦੀ ਹੈ, ਕਲਾਇੰਟ ਦਾ ਚਾਹੁੰਦਾ ਹੀ ਹੁੰਦਾ। ਬਿਲਕੁਲ ਜੀ। ਕੀ ਸਿਸਟਮ ਹੈਗਾ ਜਿਹਨੂੰ ਫੋਲੋ ਕਰਨ ਦੀ ਲੋੜ ਹੈ? ਅਸਲ ਵਿੱਚ ਕਈ ਵਾਰੀ ਤੁਸੀਂ ਲੋਕ ਕਈ ਵਾਰੀ ਸੋਚਦੇ ਹੋ ਯਾਰ ਗੂਗਲ ਤੇ ਸਾਰਾ ਕੁਝ ਪਿਆ ਹੈਗਾ ਜੀ, ਫਾਰਮ ਹੈਗੇ ਆ, ਉੱਥੇ CAC ਦੀ ਵੈਬਸਾਈਟ ਤੋਂ ਡਾਊਨਲੋਡ ਕਰੋ, ਫਾਰਮ ਭਰੋ ਤੇ ਭੇਜ ਦਿਓ ਜੀ। ਪਰ ਵਿੱਚੋਂ ਕਈ ਵਾਰੀ ਫਿਰ ਪ੍ਰੋਬਲਮ ਆਉਂਦੀ ਹੈ, ਛੋਟੇ ਛੋਟੇ ਕੁਐਸਚਨ ਜਿਹੜੇ ਹੁੰਦੇ ਆ ਉਹਨਾਂ ਨੂੰ ਅਸੀਂ ਆਨਸਰ ਨਹੀਂ ਕਰ ਸਕਦੇ, ਜਾਂ ਕਈ ਵਾਰੀ ਸਾਡੇ ਕੋਲੋਂ ਇਨੀਸ਼ੀਅਲ ਸਟੇਜ ਤੇ ਕੋਈ ਗਲਤੀ ਹੋ ਜਾਂਦੀ ਹੈ। ਇਨਫੋਰਮੇਸ਼ਨ ਚੰਗੀ ਬੜੀ ਠੀਕ ਹੁੰਦੀ ਹੈ ਪਰ ਪ੍ਰੈਜ਼ੈਂਟ ਕਰਨ ਦੀ ਗਲਤੀ ਹੋ ਜਾਂਦੀ ਹੈ ਤੇ ਉਦੋਂ ਫਿਰ ਮਹਿਸੂਸ ਹੁੰਦਾ ਯਾਰ ਕਿਸੇ ਨਾਲ ਸਲਾਹ ਕਰ ਲੈਂਦੇ ਤਾਂ ਚੰਗੀ ਗੱਲ ਹੀ ਸੀ। ਬਿਲਕੁਲ ਜੀ। ਕੀ ਇਸ ਤਰ੍ਹਾਂ ਪ੍ਰੈਕਟੀਕਲ ਹੈ? ਵੈਸੇ ਇਦਾਂ ਹੁੰਦੀ ਵੀ ਹੈ? ਤੁਸੀਂ ਤਿੰਨ ਚੀਜ਼ਾਂ ਦੀ ਗੱਲ ਕੀਤੀ ਹੈ ਐਮਪੀ ਸਿੰਘ ਜੀ। ਇੱਕ ਤੁਸੀਂ ਗੱਲ ਕੀਤੀ ਹੈ ਇਮੀਗ੍ਰੇਸ਼ਨ ਦੀ, ਇੱਕ ਤੁਸੀਂ ਵਿੱਚ ਗੱਲ ਕੀਤੀ ਹੈ ਕਿ ਅਸੀਂ ਕਿਸੇ ਬੰਦੇ ਨੂੰ ਦੇਖ ਲੈਂਦੇ ਹਾਂ ਪਰ ਰਾਦਰ ਦੈਨ ਕਿ ਸਾਰੀਆਂ ਐਪਲੀਕੇਸ਼ਨਸ ਡਿਫਰੈਂਟ ਨੇ, ਔਰ ਤੀਸਰੀ ਤੁਸੀਂ ਗੱਲ ਕੀਤੀ ਹੈ ਰੀਪ੍ਰੈਜ਼ੈਂਟੇਸ਼ਨ ਦੀ। ਔਰ ਮੈਂ ਇਹਨਾਂ ਦਾ ਬ੍ਰੇਕਡਾਊਨ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਤੋਂ ਹੀ ਸਟਾਰਟ ਕਰਦੇ ਹਾਂ। ਇਮੀਗ੍ਰੇਸ਼ਨ ਦੇ ਵਿੱਚ ਇਹ ਮੈਂ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਇਮੀਗ੍ਰੇਸ਼ਨ ਡਿਪਾਰਟਮੈਂਟ ਸਰਵਿਸ ਪ੍ਰੋਵਾਈਡਰ ਨਹੀਂ ਹੈਗਾ ਜਿੱਦਾਂ ਕਿ ਬੈਲ ਹੈ, MTS ਹੈ, ਸ਼ਾਹ ਕੇਬਲ ਹੈ, ਇਹ ਜਿਹੜੀਆਂ ਕੰਪਨੀਜ਼ ਨੇ ਸਰਵਿਸ ਪ੍ਰੋਵਾਈਡਰਸ ਨੇ ਜਿਨ੍ਹਾਂ ਨੂੰ ਤੁਸੀਂ ਪੇ ਕਰਦੇ ਹੋ ਤੇ ਉਹ ਤੁਹਾਨੂੰ ਸਰਵਿਸਿਜ਼ ਦਿੰਦੀਆਂ ਨੇ। ਸੋ ਇਮੀਗ੍ਰੇਸ਼ਨ ਜੋ ਹੈ ਇਹ ਇਟ ਇਜ਼ ਇਟਸੈਲਫ ਅ ਲਾਅ। ਤੁਸੀਂ ਇਮੀਗ੍ਰੇਸ਼ਨ ਆਫਿਸਰ ਨੂੰ ਦੱਸਣਾ ਕਿ ਇਸ ਲਾਅ ਦੇ ਵਿੱਚ, ਕਿਹੜੇ ਲਾਅ ਦੇ ਵਿੱਚ ਜਾ ਕੇ ਤੁਸੀਂ ਕਿਹੜੀ ਐਪਲੀਕੇਸ਼ਨ ਨੂੰ ਅਪਲਾਈ ਕਰ ਰਹੇ ਹੋ, ਉਸ ਨੂੰ ਆਪਾਂ ਰੀਪ੍ਰੈਜ਼ੈਂਟੇਸ਼ਨ ਕਹਿੰਦੇ ਆ। ਐਂਡ ਉਹਦੇ ਵਿੱਚ ਇਹ ਹੈ ਕਿ ਤੁਸੀਂ ਪ੍ਰੋਡਿਊਸ ਕਰਨਾ ਹੈ ਵੀਜ਼ਾ, ਔਰ ਇਮੀਗ੍ਰੇਸ਼ਨ ਆਫਿਸਰ ਨੇ ਆਪਣੇ ਆਪ ਤੁਹਾਨੂੰ ਵੀਜ਼ਾ ਨਹੀਂ ਦੇਣਾ। ਸੋ ਇਹਦੇ ਵਿੱਚ ਜੀ ਜਿਹੜੀ ਸੈਕਿੰਡ ਆਪਾਂ ਗੱਲ ਕੀਤੀ ਹੈ ਉਹ ਰੀਪ੍ਰੈਜ਼ੈਂਟੇਸ਼ਨ ਦੀ ਹੈ। ਰੀਪ੍ਰੈਜ਼ੈਂਟੇਸ਼ਨ ਦੋ ਤਰ੍ਹਾਂ ਦੀ ਹੈ, ਸੈਲਫ ਰੀਪ੍ਰੈਜ਼ੈਂਟੇਸ਼ਨ ਔਰ ਤੁਸੀਂ ਹਾਇਰ ਕਰਦੇ ਹੋ ਇੱਕ ਰੀਪ੍ਰੈਜ਼ੈਂਟੇਟਿਵ ਨੂੰ। ਜਿਹੜੀ ਸੈਲਫ ਰੀਪ੍ਰੈਜ਼ੈਂਟੇਸ਼ਨ ਹੈ ਇਹ ਹੈ ਕਿ ਜਿਹਨੂੰ ਤੁਸੀਂ ਆਪਣੇ ਆਪ ਵੀਜ਼ਾ ਲਗਾਉਣੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਨੀ ਕੁ ਇਨਫੋਰਮੇਸ਼ਨ ਰੱਖਦੇ ਹੋ ਕਿ ਤੁਸੀਂ ਆਪਣੇ ਆਪ ਵੀਜ਼ਾ ਅਪਲਾਈ ਕਰ ਸਕਦੇ ਹੋ। ਇਹਦੇ ਤੇ ਮੈਂ ਕਿਸੇ ਨੂੰ ਕੋਈ ਜੱਜ ਨਹੀਂ ਕਰਨਾ ਚਾਹੁੰਦਾ। ਡੈਫੀਨੇਟਲੀ ਸਾਰੇ ਇਮੀਗ੍ਰੇਸ਼ਨ ਦੀ ਨੌਲੇਜ ਰੱਖਦੇ ਆ, ਪਰ ਤੁਸੀਂ ਇਹ ਸੋਚਣਾ ਆ ਕਿ ਤੁਸੀਂ ਇਮੀਗ੍ਰੇਸ਼ਨ ਲਾਜ਼ ਦੀ, ਇਮੀਗ੍ਰੇਸ਼ਨ ਰੈਗੂਲੇਸ਼ਨਸ ਦੀ, ਆਪਰੇਸ਼ਨਲ ਮੈਨੂਅਲਸ ਦੀ ਔਰ ਕੇਸ ਸਟੱਡੀਜ਼ ਦੀ ਇਹਨਾਂ ਦੀ ਨੌਲੇਜ ਰੱਖਦੇ ਹੋ ਕਿ ਜਿਸ ਨੂੰ ਵਿੱਚ ਤੁਸੀਂ ਰੈਫਰੈਂਸ ਦੇ ਕੇ ਆਪਣੇ ਕੇਸ ਦੇ ਵਿੱਚ ਸਬਮਿਟ ਕਰੋਗੇ। ਇਟ ਇਜ਼ ਕਾਲਡ ਰੀਪ੍ਰੈਜ਼ੈਂਟੇਸ਼ਨ। ਦੂਸਰਾ ਜਿਹੜਾ ਹੈਗਾ ਆ ਜੀ, ਤੁਸੀਂ ਕਿਸੇ ਰੀਪ੍ਰੈਜ਼ੈਂਟੇਟਿਵ ਨੂੰ ਹਾਇਰ ਕਰਦੇ ਹੋ। ਰੀਪ੍ਰੈਜ਼ੈਂਟੇਟਿਵ ਕੀ ਕਰਦਾ ਆ, ਉਹ ਇਮੀਗ੍ਰੇਸ਼ਨ ਐਕਟ ਦੇ ਅੰਡਰ ਜੋ ਰੈਗੂਲੇਸ਼ਨਸ ਨੇ ਉਹਦੇ ਅਕੋਰਡਿੰਗ ਤੁਹਾਡੇ ਤੋਂ ਡਾਕੂਮੈਂਟ ਰਿਕੁਐਸਟ ਕਰਦਾ ਆ, ਤੁਹਾਨੂੰ ਚੈੱਕ ਲਿਸਟ ਦਿੰਦਾ ਆ, ਉਸ ਚੈੱਕ ਲਿਸਟ ਦੇ ਅਕੋਰਡਿੰਗ ਤੁਸੀਂ ਉਹਨਾਂ ਨੂੰ ਡਾਕੂਮੈਂਟਸ ਦਿੰਦੇ ਹੋ। ਦੈਨ ਉਹ ਸਟੱਡੀ ਕਰਦਾ ਆ ਸਾਰਾ ਕੇਸ ਤੇ ਤੁਹਾਨੂੰ ਉਹ ਦੋਨੋਂ ਚੀਜ਼ਾਂ ਦੱਸਦਾ ਹੈ ਕਿ ਆਪਾਂ ਕੇਸ ਦੇ ਵਿੱਚ ਕੀ ਕਰ ਸਕਦੇ ਹਾਂ, ਕਿੱਦਾਂ ਇਸ ਨੂੰ ਪ੍ਰੋਸੀਡ ਕਰ ਸਕਦੇ ਹਾਂ। ਔਰ ਸਾਈਮਲਟੇਨੀਅਸਲੀ ਉਹ ਇਹ ਚੀਜ਼ ਚੈੱਕ ਕਰਦਾ ਕਿ ਕਿਹੜੇ ਲਾਜ਼ ਦੇ ਅੰਦਰ, ਕਿਹੜੇ ਰੈਗੂਲੇਸ਼ਨਸ ਦੇ ਅੰਦਰ ਤੁਹਾਡਾ ਕੇਸ ਹੈ ਜਿਹੜਾ ਫਾਲ ਕਰਦਾ ਆ, ਔਰ ਕਿਹੜੇ ਕੇਸ ਰੈਫਰੈਂਸਿਸ ਨੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਸਬਮਿਸ਼ਨ ਲੈਟਰ ਦੇ ਵਿੱਚ ਐਡ ਕਰਕੇ ਤੇ ਰੀਪ੍ਰੈਜ਼ੈਂਟ ਕਰਨਾ ਹੈ।
ਉਹ ਤਾਂ ਤੇਜਿੰਦਰ ਜੀ ਵੀ ਬਹੁਤ ਸਾਰੇ ਲੋਕ ਜਿਹੜੇ ਆ ਡਿਫਰੈਂਟ ਸਟਰੀਮ ਵਿੱਚ ਅਪਲਾਈ ਕਰਦੇ ਆ। ਕੋਈ ਸਟੂਡੈਂਟ ਹੈ, ਕੋਈ ਵਰਕ ਪਰਮਿਟ ਤੇ ਆਉਣਾ ਚਾਹੁੰਦਾ ਹੈ, ਕੋਈ ਪੇਰੈਂਟਲ ਵੀਜ਼ੇ ਤੇ ਅਸੀਂ ਸੱਦਦੇ ਹਾਂ, ਕੋਈ ਵਿਜ਼ਟਰ ਵੀਜ਼ੇ ਤੇ ਸੱਦਦੇ ਹਾਂ, ਕੋਈ ਸਪਾਊਸਲ ਵੀਜ਼ੇ ਤੇ ਆਉਂਦੇ ਆ, ਕੋਈ ਸਟੂਡੈਂਟ ਆਉਂਦੇ, ਇਸ ਤਰ੍ਹਾਂ ਬੜੇ ਹੈਗੇ। ਪਰ ਮੋਸਟਲੀ ਕਈ ਵਾਰੀ ਫੈਮਿਲੀ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈ, ਅਸੀਂ ਸੋਚਦੇ ਹਾਂ ਆਪਣੇ ਪੇਰੈਂਟਸ ਨੂੰ ਸੱਦ ਲਈਏ, ਵਿਜ਼ਟਰਸ ਘੁੰਮ ਫਿਰ ਹੀ ਜਾਣ, ਸਾਨੂੰ ਵੇਖ ਹੀ ਜਾਣ। ਅਸੀਂ ਤਾਂ ਸਾਲ ਛਮਾਈ 2 ਸਾਲੀ ਚਲੋ ਗੇੜਾ ਮਾਰਨ, ਕਦੀ ਉਹ ਵੀ ਦੇਖ ਜਾਣ ਵੀ ਅਸੀਂ ਜਿੱਥੇ ਕੰਮ ਕਰਦੇ ਹਾਂ ਇਹ ਕੰਟਰੀ ਜਿਹੜੀਆਂ ਅਸੀਂ ਇੰਨੀਆਂ ਸਿਫਤਾਂ ਕਰਦੇ ਹਾਂ ਬਹੁਤ ਚੰਗਾ, ਉਹ ਵੀ ਝਾਤੀ ਮਾਰ ਜਾਣ, ਆ ਜਾਣ, ਗੇੜਾ ਮਾਰ ਜਾਣ। ਪਰ ਉਹਨਾਂ ਦੀਆਂ ਐਪਲੀਕੇਸ਼ਨਸ ਕਿਤੇ ਨਾ ਕਿਤੇ ਜਿਹੜੀ ਆ ਉਹ ਡਿਕਲਾਈਨ ਹੋ ਜਾਂਦੀਆਂ, ਰਿਜੈਕਟ ਹੋ ਜਾਂਦੀਆਂ। ਇਮੀਗ੍ਰੇਸ਼ਨ ਆਫਿਸਰ ਨੂੰ ਅਸੀਂ ਸੈਟਿਸਫਾਈ ਨਹੀਂ ਕਰ ਸਕਦੇ। ਕਿਹਨਾਂ ਗੱਲਾਂ ਵੱਲ ਧਿਆਨ ਰੱਖਣ ਦੀ ਲੋੜ ਹੈ, ਖਾਸ ਕਰਕੇ ਵਿਜ਼ਟਰ ਵੀਜ਼ੇ ਦੀ? ਕਿਉਂਕਿ ਵਿਜ਼ਟਰ ਵੀਜ਼ਾ ਮੈਂ ਸਮਝਦਾ ਸਭ ਤੋਂ ਇੰਪੋਰਟੈਂਟ ਹੈ ਬਾਕੀਆਂ ਨਾਲੋਂ। ਬਾਕੀਆਂ ਦੀ ਲੀਗਲਿਟੀ ਹੁੰਦੀ ਹੈ ਕਿ ਕੋਈ ਸਪਾਊਸਲ ਵੀਜ਼ਾ ਤੁਸੀਂ ਮੈਰਿਜ ਸਰਟੀਫਿਕੇਟ ਦਿਖਾਓਗੇ ਕਿ ਦੇਖੋ ਜੀ ਮੇਰੀ ਤਾਂ ਮੈਰਿਜ ਹੋਈ ਹੈ, ਮੇਰੀ ਸਪਾਊਸ ਉੱਥੇ ਜਾਂ ਮੇਰਾ ਹਸਬੈਂਡ ਉੱਥੇ ਆ, ਉਹਨੇ ਆਉਣਾ ਇੱਥੇ। ਜਾਂ ਕੋਈ ਸਟੂਡੈਂਟ ਹੈਗਾ ਦੱਸੇਗਾ ਜੀ ਮੇਰੀ ਇਹ ਪ੍ਰੀ ਕੁਆਲੀਫਿਕੇਸ਼ਨ ਹੈਗੀ ਹੈ, ਮੈਨੂੰ ਇਸ ਯੂਨੀਵਰਸਿਟੀ ਵਿੱਚ ਐਡਮਿਸ਼ਨ ਮਿਲ ਗਈ ਹੈ, ਮੈਂ ਤਾਂ ਆਉਣਾ ਚਾਹੁੰਦਾ। ਪਰ ਵਿਜ਼ਟਰ ਵੀਜ਼ੇ 'ਚ ਕਈ ਵਾਰੀ ਉਂਝ ਹੀ ਹੁੰਦਾ ਵੀ ਤੁਸੀਂ ਬੱਚੇ ਦਾ ਬਰਥਡੇ ਹੈ ਜੀ, ਅਸੀਂ ਉੱਥੇ ਮੈਰਿਜ ਐਨਵਰਸਰੀ ਹੈ ਜੀ, ਨਵਾਂ ਘਰ ਅਸੀਂ ਬਾਏ ਕੀਤਾ, ਜਾਂ ਉਂਝ ਹੀ ਸਾਡੇ ਪੇਰੈਂਟਸ ਜਿਹੜੇ ਆ ਏਜਡ ਹੈਗੇ ਜੀ, ਉਹ ਚਾਹੁੰਦੇ ਆ ਕਿ ਅਸੀਂ ਘੁੰਮ ਫਿਰ ਜਾਈਏ। ਇਹੋ ਜਿਹੀਆਂ ਕਈ ਗੱਲਾਂ ਹੁੰਦੀਆਂ, ਕਿਹਨਾਂ ਗੱਲਾਂ ਵੱਲ ਧਿਆਨ ਰੱਖਣ ਦੀ ਲੋੜ ਹੈ? ਹਾਂ ਜੀ ਬਿਲਕੁਲ। ਵਿਜ਼ਿਟਰ ਵੀਜ਼ਾ ਜਿਹੜਾ ਹੈਗਾ, ਇਹ ਵੈਸੇ ਤਾਂ ਵਿਜ਼ਿਟਰ ਵੀਜ਼ਾ ਜਿਹੜਾ ਵਰਡ ਹੈ ਇਹ ਇੱਕ ਜਨਰਲ ਵਰਡ ਹੈ, ਪਰ ਇਮੀਗ੍ਰੇਸ਼ਨ ਲਾਜ਼ ਦੇ ਅੰਦਰ ਵਿਜ਼ਿਟਰ ਵੀਜ਼ਾ ਨਾਂ ਦਾ ਵਰਡ ਨਹੀਂ ਹੈਗਾ। ਇਸ ਨੂੰ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਕਿਹਾ ਜਾਂਦਾ ਹੈ। ਜਿੰਨੇ ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ, ਇਹ ਜਿਹੜੇ ਵੀ ਉਰੇ ਟੂਰਿਸਟ ਵੀਜ਼ਾ, ਇਹ ਸਾਰੇ ਦੇ ਅੰਦਰ ਫਾਲ ਕਰਦੇ ਆ। ਸੋ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇਹ ਕੋਵਿਡ ਸਟਾਰਟ ਹੋਇਆ ਆ, ਉਦੋਂ ਤੋਂ ਐਨੀਵੇ ਜਿਹੜਾ ਵਿਜ਼ਿਟਰ ਵੀਜ਼ਾ ਉਹ ਬਹੁਤ ਜ਼ਿਆਦਾ ਘੱਟ ਹੋਇਆ। ਪਰ ਜੇ ਆਪਾਂ ਗੱਲ ਕਰੀਏ ਅੱਜ ਤੋਂ 3 ਸਾਲ ਪਹਿਲਾਂ ਦੀ, ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇੱਕ ਸਟੈਟ ਰਿਲੀਜ਼ ਕੀਤਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਕੱਲੇ ਇੰਡੀਆ ਦੇ ਵਿੱਚੋਂ 36 ਲੱਖ ਬੰਦਿਆਂ ਨੇ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਔਰ ਅੰਡਰ ਟੈਂਪਰੇਰੀ ਰੈਜ਼ੀਡੈਂਟ ਇਹਦੇ ਵੀਜ਼ਾ ਦੇ ਅੰਦਰ ਅਪਲਾਈ ਕੀਤਾ। 36 ਲੱਖ 3.6 ਮਿਲੀਅਨ ਪੀਪਲ। ਕਿੰਨੇ ਟਾਈਮ ਵਿੱਚ? 1 ਸਾਲ ਦੇ ਵਿੱਚ। 1 ਸਾਲ? ਕਿਹੜੇ ਸਾਲ ਦੀ ਗੱਲ ਕਰਦੇ ਆਪਾਂ? 2018 ਦੇ ਵਿੱਚ। 2018 ਠੀਕ। ਸੋ 2018 ਦੇ ਵਿੱਚ ਉਹਨਾਂ ਨੇ ਇਹ ਅਪਲਾਈ ਕੀਤਾ। ਸੋ ਉਹਦੀ ਜਿਹੜੀਆਂ ਐਪਲੀਕੇਸ਼ਨਸ ਦੇ ਵਿੱਚ ਜਿਹੜਾ ਉਹਨਾਂ ਨੇ ਰਿਜ਼ਲਟ ਦਿੱਤਾ, IRCC ਵੱਲੋਂ ਜਿਹੜਾ ਰਿਜ਼ਲਟ ਗਿਆ, ਦੇ approved only 2.9 basically we can say 290,000 people they approved. So ਉਹ ਜਿਹੜਾ ਇੱਕ ਪਰਸੈਂਟੇਜ ਹੈ ਕਿ 36 ਲੱਖ ਦੇ ਵਿੱਚੋਂ ਸਿਰਫ ਉਹਨਾਂ ਨੇ 2,97,000 ਬੰਦਿਆਂ ਨੂੰ ਹੀ ਅਪਰੂਵ ਕੀਤਾ ਔਰ ਬਾਕੀ ਸਾਰੀਆਂ ਰਿਫਿਊਜ਼ ਹੋ ਗਈਆਂ। ਸੋ ਜਿਹੜੀਆਂ ਰਿਫਿਊਜ਼ ਹੋਈਆਂ ਉਸ ਐਪਲੀਕੇਸ਼ਨਸ ਦੇ ਨੰਬਰ ਆਫ ਰੀਜ਼ਨਸ ਹੋ ਸਕਦੇ ਆ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹ ਵੀਜ਼ਾ ਅਪਲਾਈ ਕਿੱਥੋਂ ਕੀਤਾ ਗਿਆ, ਕਿ ਉਹ ਆਪਣੇ ਆਪ ਕੀਤਾ, ਤੁਹਾਨੂੰ ਵਾਕਈ ਹੀ ਲੱਗਦਾ ਕਿ ਤੁਸੀਂ ਉਹ ਜਿਹੜਾ ਵੀਜ਼ਾ ਅਪਲਾਈ ਕੀਤਾ ਉਹ ਆਪਣੇ ਆਪ ਕੀਤਾ ਤੇ ਤੁਸੀਂ ਠੀਕ ਕੀਤਾ, ਤੁਹਾਡੇ ਕੋਲ ਸਾਰੇ ਡਾਕੂਮੈਂਟਸ ਹੈਗੇ ਸੀਗੇ ਜਿਹੜੇ ਇੱਕ ਵੀਜ਼ਾ ਅਪਲਾਈ ਕਰਨ ਲਈ ਸਟਰੋਂਗ ਡਾਕੂਮੈਂਟਸ ਹੋ ਸਕਦੇ ਆ। ਸੋ ਬੈਕ ਟੂ ਦਿਸ ਕੁਐਸਚਨ ਕਿ ਇੱਥੇ ਮੈਂ ਇੱਕ ਹੋਰ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜੇ ਕੈਨੇਡੀਅਨ ਸਪਾਂਸਰ ਦੀ ਗੱਲ ਕਰਦੇ ਆ ਕਿ ਵਿਜ਼ਿਟਰ ਵੀਜ਼ਾ ਹੁੰਦਾ ਆ ਤੇ ਕੈਨੇਡੀਅਨ ਸਪਾਂਸਰ ਕਰਦਾ ਆ ਤਾਂ ਕੇਸ ਬੜਾ ਸਟਰੋਂਗ ਹੋ ਜਾਂਦਾ। ਕਿ ਜੇ ਕੋਈ ਕੈਨੇਡਾ ਦੇ ਵਿੱਚ ਤੁਹਾਡਾ ਯਾਰ ਮਿੱਤਰ, ਕੋਈ ਰਿਲੇਟਿਵ, ਕੋਈ ਫੈਮਿਲੀ ਮੈਂਬਰ ਬੈਠਾ ਆ ਤਾਂ ਜੇ ਉਹ ਤੁਹਾਨੂੰ ਸਪਾਂਸਰ ਕਰਦਾ ਤਾਂ ਕੇਸ ਬੜਾ ਸਟਰੋਂਗ ਹੋ ਜਾਂਦਾ। ਔਰ ਇੱਥੇ ਮੈਂ ਇਸ ਚੀਜ਼ ਨੂੰ ਕਰੈਕਟ ਕਰਦਾ ਕਿ ਸਪਾਂਸਰ ਉਹ ਤੁਹਾਨੂੰ ਨਹੀਂ ਕਰ ਸਕਦਾ। ਇਮੀਗ੍ਰੇਸ਼ਨ ਐਕਟ ਦੇ ਵਿੱਚ ਸਪਾਂਸਰ ਦੀ ਇਹ ਜੀ ਕੋਈ ਉਹ ਨਹੀਂ ਹੈਗੀ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੇ ਅੰਦਰ ਕੋਈ ਕਿਸੇ ਨੂੰ ਸਪਾਂਸਰ ਨਹੀਂ ਕਰਦਾ। ਸਪਾਂਸਰ ਵਰਡ ਸਿਰਫ ਉੱਥੇ ਹੀ ਐਪਲੀਕੇਬਲ ਹੁੰਦਾ ਹੈ ਜਿੱਥੇ ਤੁਸੀਂ ਆਪਣੇ ਸਪਾਊਸ ਨੂੰ ਕਰਦੇ ਹੋ, ਆਪਣੇ ਪੇਰੈਂਟਸ ਨੂੰ ਕਰਦੇ ਹੋ। ਅਦਰਵਾਈਜ਼ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੇ ਅੰਦਰ ਵਿਜ਼ਿਟਰ ਵੀਜ਼ਾ ਜਿਹੜਾ ਤੁਸੀਂ ਅਪਲਾਈ ਕਰਦੇ ਹੋ ਉਹਦੇ ਵਿੱਚ ਕੋਈ ਤੁਹਾਨੂੰ ਸਪਾਂਸਰ ਨਹੀਂ ਕਰਦਾ। ਸੋ ਇਸ ਲਈ ਤੁਹਾਨੂੰ ਸਪਾਂਸਰ ਉੱਥੇ ਜਿਹੜਾ ਵਰਡ ਹੈ ਉਹਨੂੰ ਹਟਾ ਕੇ ਇਨਵੀਟੇਸ਼ਨ ਲੈਟਰ ਤੁਸੀਂ ਐਡ ਕਰਦੇ ਹੋ। ਜਿਹੜਾ ਤੁਹਾਡਾ ਕੈਨੇਡੀਅਨ ਰਿਲੇਟਿਵ ਹੈ ਜਾਂ ਫਰੈਂਡ ਹੈ ਉਹ ਤੁਹਾਨੂੰ ਇਨਵਾਈਟ ਕਰ ਸਕਦਾ। ਠੀਕ ਹੈ। ਸੋ ਉਸ ਇੱਕ ਡਾਕੂਮੈਂਟ ਨੂੰ ਲੋਕ ਕੈਨੇਡੀਅਨ ਸਪਾਂਸਰਸ਼ਿਪ ਕਹਿੰਦੇ ਆ। ਅਸੀਂ ਦੇਸੀ ਜੀ ਭਾਸ਼ਾ 'ਚ ਗੱਲ ਕਰਦੇ ਨਾ ਜੀ, ਵੀ ਸਪਾਂਸਰ ਕਰਦੇ ਹੋ ਜੀ ਸਾਡਾ ਬੰਦਾ, ਅਸੀਂ ਸਤਨਾਮ ਆ, ਜਿੱਦਾਂ ਦੀ ਗੱਲ ਹੁੰਦੀ ਆ ਜੀ, ਉਹ ਰੋਂਗ ਹੈ। 2 ਵਰਡ ਹੋ ਸਕਦੇ ਆ, ਜਾਂ ਤਾਂ ਤੁਹਾਡਾ ਕੈਨੇਡੀਅਨ ਰਿਲੇਟਿਵ, ਕੈਨੇਡੀਅਨ ਫਰੈਂਡ ਤੁਹਾਨੂੰ ਇਨਵਾਈਟ ਕਰ ਸਕਦਾ ਆ, ਜਾਂ ਫਿਰ ਉਹ ਤੁਹਾਡਾ ਅੰਡਰਟੇਕਿੰਗ ਲੈ ਸਕਦਾ। ਸੋ ਇਹ ਦੋਨਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ ਔਰ ਬਹੁਤ ਵਾਰ ਵੀਜ਼ਾ ਸਿਰਫ ਇਸੇ ਕਰਕੇ ਰਿਫਿਊਜ਼ ਹੋ ਜਾਂਦਾ ਕਿਉਂਕਿ ਜਿਹੜਾ ਲੈਟਰ ਲਾਇਆ ਜਾਂਦਾ ਇੱਥੋਂ ਉਸ ਦੇ ਵਿੱਚ ਬਹੁਤ ਬਿਗ ਮਿਸਟੇਕ ਹੁੰਦੀ ਆ।
ਸੋ ਜੇ ਗਰੀਬੀ ਰੇਖਾ ਦੀ ਗੱਲ ਕਰਦੇ ਹਾਂ ਜੀ ਕੈਨੇਡਾ ਦੇ ਵਿੱਚ $25,000 ਜਿਹੜਾ ਇੱਕ ਬੰਦਾ ਕਮਾਉਂਦਾ ਆ ਇੱਕ ਜਰਨਲ ਮਿਨੀਮਮ ਵੇਜ ਤੇ ਹੋਵੇ ਤਾਂ ਅਪਰੋਕਸੀਮੇਟਲੀ ਜੇ ਆਪਾਂ ਨੰਬਰ ਲੈ ਕੇ ਚੱਕਦੇ ਹਾਂ ਤਾਂ $25,000 ਇੱਕ ਬੰਦੇ ਲਈ ਗਰੀਬੀ ਰੇਖਾ ਇਹਨਾਂ ਨੇ ਮੰਨੀ ਗਈ ਹੈ। ਸੋ ਜੇ 2 ਜਾਣੇ ਆ ਜੀ ਤਾਂ 32,000 ਦੇ ਅਰਾਊਂਡ ਤੁਸੀਂ ਇਹ ਗੱਲ ਕਹਿ ਸਕਦੇ ਹੋ। ਸੋ ਜੇ 2 ਬੰਦੇ 32,000 ਇਨਕਮ ਬਣਾਉਂਦੇ ਆ ਤੇ ਉਹ 3 ਬੰਦਿਆਂ ਨੂੰ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਦੇ ਰਿਲੇਟਿਵ ਹੈ, ਲੈਟਸ ਸੇ ਕਿ ਕੋਈ ਹਸਬੈਂਡ ਵਾਈਫ ਤੇ ਬੱਚਾ ਹੈ ਉਹਨਾਂ ਦਾ, 5 ਜਾਣਿਆਂ ਨੇ ਜੇ ਟੋਟਲ ਉਹਨਾਂ ਨੇ ਇੱਥੇ ਰਹਿਣਾ ਤਾਂ ਇਨਕਮ ਜਿਹੜੀ ਹੈਗੀ ਆ ਉਹ ਅਰਾਊਂਡ ਹੈ ਜਿਹੜੀ $55,000 ਹੋ ਸਕਦੀ ਹੈ। ਸੋ ਇਹ ਇਨਕਮ ਜੇ ਤੁਸੀਂ ਬਣਾਉਂਦੇ ਹੋ, ਜੇ ਲੈਟਸ ਸੇ ਤੁਸੀਂ $60,000 ਇੱਕ ਸਾਲ ਦੇ ਵਿੱਚ ਬਣਾਉਂਦੇ ਹੋ, ਕੈਨੇਡਾ ਦੇ ਵਿੱਚ ਰਹਿੰਦੇ ਹੋ ਤੇ ਜਿਹੜਾ 5 ਬੰਦਿਆਂ ਨਾਲ ਤੁਸੀਂ ਆਪਾਂ ਟੋਟਲ ਕਰਦੇ ਆ ਤਾਂ ਤੁਸੀਂ ਅੰਡਰਟੇਕਿੰਗ ਲੈ ਸਕਦੇ ਹੋ। ਅਦਰਵਾਈਜ਼ ਤੁਸੀਂ ਆਪਣੇ ਜਿਹੜਾ ਇਨਵੀਟੇਸ਼ਨ ਲੈਟਰ ਦੇ ਵਿੱਚ ਅੰਡਰਟੇਕਿੰਗ ਵਰਡ ਨਹੀਂ ਯੂਜ਼ ਕਰ ਸਕਦੇ। ਜੇ ਤੁਸੀਂ 5 ਜਾਣੇ ਹੈਗੇ ਹੋ ਤੇ ਤੁਸੀਂ ਸਿਰਫ $25,000 ਬਣਾਉਂਦੇ ਹੋ ਤਾਂ ਇਮੀਗ੍ਰੇਸ਼ਨ ਆਫਿਸਰ ਨੂੰ ਸਾਫ਼ ਦਿਖਦਾ ਆ ਕਿ ਤੁਸੀਂ ਉਸ ਲੋ ਇਨਕਮ ਕੱਟ ਆਫ ਨੂੰ ਮੀਟ ਨਹੀਂ ਕਰਦੇ ਤੇ ਵੀਜ਼ਾ ਆਟੋਮੈਟਿਕਲੀ ਉੱਥੇ ਰਿਫਿਊਜ਼ ਹੋ ਜਾਂਦਾ ਹੈ। ਸੋ ਇਹ ਜ਼ਰੂਰੀ ਹੈ ਕਿ ਤੁਸੀਂ ਉੱਥੇ ਫਿਰ ਇਨਵੀਟੇਸ਼ਨ ਅਪਲਾਈ ਕਰੋ ਇਨਸਟੈਡ ਆਫ ਅੰਡਰਟੇਕਿੰਗ। ਇਨਵੀਟੇਸ਼ਨ ਤੇ ਅੰਡਰਟੇਕਿੰਗ ਦੇ ਵਿੱਚ ਤੁਸੀਂ ਮੋਟੀ ਜੀ ਜਿਹੜੀ ਹੈਗੀ ਆ ਡਿਮਾਰਕੇਸ਼ਨ ਕੀਤੀ, ਫਰਕ ਕੀਤਾ ਹੈ ਜੀ, ਠੀਕ ਹੈ। ਹੋਰ ਇਲੈਬੋਰੇਟ ਤੁਸੀਂ ਕਰ ਸਕਦੇ ਹੋ ਕਿ ਇਨਵੀਟੇਸ਼ਨ ਤੇ ਅੰਡਰਟੇਕਿੰਗ 'ਚ ਕੀ ਹੋਰ ਫਰਕ ਹੋ? ਇਨਵੀਟੇਸ਼ਨ ਦੇ ਵਿੱਚ ਇਹ ਹੈ ਜੀ ਇਨਵੀਟੇਸ਼ਨ ਦੇ ਵਿੱਚ ਇਹ ਹੈ ਜੀ ਕਿ ਜਿਹੜਾ ਤੁਸੀਂ ਇੱਥੋਂ ਇਮੀਗ੍ਰੇਸ਼ਨ ਆਫਿਸਰ ਨੂੰ ਦੱਸਦੇ ਹੋ ਕਿ ਜਦੋਂ ਬੰਦਾ ਇੱਥੇ ਆਊਗਾ ਜੀ ਮੈਂ ਉਹਦੀ ਕੀ ਹੈਲਪ ਕਰੂੰਗਾ। ਹਾਂ, ਇਨਵੀਟੇਸ਼ਨ ਦੇ ਵਿੱਚ ਤੁਸੀਂ ਇਹ ਕਲੀਅਰ ਲਿਖਦੇ ਹੋ ਕਿ ਮੈਂ ਇਹਦਾ ਬੋਰਡਿੰਗ, ਇਹਦਾ ਜੋ ਰਹਿਣ ਸਹਿਣ ਦਾ ਮੈਂ ਇਹਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਲੈਂਦਾ ਔਰ ਨਾ ਹੀ ਮੈਂ ਫਾਈਨੈਂਸ਼ੀਅਲੀ ਤੌਰ ਤੇ ਇੰਨਾ ਸਟਰੋਂਗ ਆ ਕਿ ਮੈਂ ਇਹ ਚੀਜ਼ਾਂ ਚੱਕ ਸਕਦਾ। ਸੋ ਇਮੀਗ੍ਰੇਸ਼ਨ ਆਫਿਸਰ ਹੈ ਜਿਹੜਾ ਉਹ ਇਹ ਚੀਜ਼ਾਂ ਦੂਸਰੀ ਪਾਰਟੀ ਤੋਂ ਮੇਕ ਸ਼ੋਰ ਕਰੂਗਾ, ਐਕਸਪੈਕਟ ਕਰਦਾ ਹੋਊਗਾ ਕਿ ਉਹ ਵੈਸੇ ਵੀ ਕਰਦਾ ਹੈ ਪਰ ਫਿਰ ਵੀ ਉਹ ਸਟਰੋਂਗਲੀ ਇਹ ਚੀਜ਼ ਦੇਖੂਗਾ ਕਿ ਹਾਂਜੀ ਉਹਨਾਂ ਕੋਲ ਇੰਨੇ ਕੁ ਰਿਸੋਰਸਿਸ ਹੈਗੇ ਆ ਕਿ ਉਹ ਆਪਣੇ ਆਪ ਸਰਵਾਈਵ ਇੱਥੇ ਕਰ ਸਕਦੇ ਆ। ਪਰ ਜਿਹੜੇ ਅੰਡਰਟੇਕਿੰਗ ਹੈ ਉਹ ਮੈਂ ਜਿੱਦਾਂ ਤੁਹਾਨੂੰ ਦੱਸ ਹੀ ਚੁੱਕਿਆ ਜੀ ਕਿ ਅੰਡਰਟੇਕਿੰਗ ਦੇ ਵਿੱਚ ਤੁਸੀਂ ਜੇ ਇਨਕਮ ਨੂੰ ਮੀਟ ਕਰਦੇ ਹੋ ਡੈਫੀਨਿਟਲੀ ਯੂ ਕੈਨ ਡੂ ਦੈਟ। ਇਨਵੀਟੇਸ਼ਨ ਦੇ ਮਤਲਬ ਕੀ ਹੈ ਕਿ ਫਾਰ ਐਗਜ਼ਾਮਪਲ ਮੈਰਿਜ ਹੈ ਜੀ, ਬੱਚਿਆਂ ਦੀ ਮੈਰਿਜ ਕਰਨਾ ਚਾਹੁੰਦੇ ਹੋ, ਉਹਨਾਂ ਦੇ ਗਾਂ ਅੱਗੋਂ ਰਿਸ਼ਤੇਦਾਰ ਤੁਸੀਂ ਆਪਣੇ ਭਰਾ ਨੂੰ ਸੱਦਣਾ ਚਾਹੁੰਦੇ ਹੋ, ਭੈਣ ਨੂੰ ਸੱਦਣਾ ਚਾਹੁੰਦੇ ਹੋ ਤੇ ਉਹ ਇਨਵੀਟੇਸ਼ਨ ਹੀ ਹੁੰਦਾ ਹੈ ਕਿ ਸਾਡੇ ਵਿਆਹ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਜੀ, ਇੱਕ ਸਿੰਪਲ। ਦੂਜਾ ਹੈਗਾ ਕਿ ਤੁਸੀਂ ਉਹਨੂੰ ਕਹਿੰਦੇ ਹੋ ਕਿ ਜੇ ਤੁਸੀਂ ਆਓਗੇ, ਜੇ ਫੈਮਿਲੀ ਵਿੱਚ ਇੱਥੇ ਆਵੇ ਤੇ ਮੈਂ ਇਹਨਾਂ ਦਾ ਰਹਿਣ ਸਹਿਣ ਦਾ, ਖਾਣ ਪੀਣ ਦਾ ਪ੍ਰਬੰਧ ਮੈਂ ਜ਼ਿੰਮੇਵਾਰੀ ਮੈਂ ਚੁੱਕਦਾ। ਕੱਲ ਨੂੰ ਕੋਈ ਮੈਡੀਕਲ ਪ੍ਰੋਬਲਮ ਵੀ ਆਉਂਦੀ ਤਾਂ ਵੀ ਮੇਰੀ ਰਿਸਪੌਂਸਿਬਿਲਿਟੀ, ਭਾਵੇਂ ਉਹਨੇ ਮੈਡੀਕਲ ਇੰਸ਼ੋਰੈਂਸ ਲਈ ਹੁੰਦੀ ਜਾਂ ਕਿਵੇਂ। ਇੱਕ ਮੈਡੀਕਲ ਦੀ ਚੱਲੀ ਗੱਲ ਤੇ ਵਿਜ਼ਟਰ ਵੀਜ਼ੇ ਵਿੱਚ ਮੈਡੀਕਲ ਇੰਸ਼ੋਰੈਂਸ ਜਿਹੜੀ ਆ ਉਹ ਕੰਪਲਸਰੀ ਹੈ ਜੀ? ਕੰਪਲਸਰੀ ਨਹੀਂ ਹੈਗੀ ਜੀ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੇ ਅੰਦਰ ਜੇ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਵਿੱਚ ਮੈਡੀਕਲ ਹੈ ਜਿਹੜੀ ਉਹ ਤੁਹਾਨੂੰ ਕੈਨੇਡੀਅਨ ਮੈਡੀਕਲ ਡਾਕੂਮੈਂਟਸ ਨਹੀਂ ਕਰਨਾ ਪੈਂਦਾ ਕਿਉਂਕਿ ਉਹਦੇ ਵਿੱਚ ਇਹ ਹੈ ਕਿ ਤੁਸੀਂ 15 ਦਿਨ ਲਈ ਦਿਖਾਉਂਦੇ ਹੋ ਕਿ ਮੈਂ ਆਉਣਾ ਆ, ਤੁਸੀਂ 10 ਦਿਨ ਲਈ ਦਿਖਾਉਂਦੇ ਹੋ, ਪਰ ਜੇ ਤੁਸੀਂ ਉਹ ਡਾਕੂਮੈਂਟ ਐਡ ਕਰਦੇ ਹੋ ਤਾਂ ਤੁਹਾਡੀ ਐਪਲੀਕੇਸ਼ਨ ਸਟਰੋਂਗ ਬਣਦੀ ਹੈ ਔਰ ਉਹ ਬੈਨੀਫਿਟ ਪੁਆਇੰਟ ਬਣਾਇਆ ਜਾਂਦਾ। ਹੋਰ ਵਿਜ਼ਟਰ ਜਿਹੜੇ ਇਮੀਗ੍ਰੇਸ਼ਨ ਵੀਜ਼ਾ ਆਫਿਸਰ ਹੈ, ਇਮੀਗ੍ਰੇਸ਼ਨ ਆਫਿਸਰ ਹੈ, ਵਿਜ਼ਟਰ ਨੂੰ ਜਾਂ ਟੈਂਪਰੇਰੀ ਜਿਹੜੇ ਰੈਜ਼ੀਡੈਂਟ ਇੱਥੇ ਆਉਣਾ ਚਾਹੁੰਦੇ ਹੈਗੇ ਆ, ਉਹਨਾਂ ਦੇ ਫਾਈਲ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਇੰਪੋਰਟੈਂਟ ਹੈਗੀਆਂ ਜਿਨ੍ਹਾਂ ਤੇ ਉਹ ਪਿਨ ਪੁਆਇੰਟ ਕਰ ਸਕਦੇ? ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਤੁਸੀਂ ਜਦੋਂ ਕੈਨੇਡਾ ਦੇ ਵਿੱਚ ਅਪਲਾਈ ਕਰਨਾ ਵਿਜ਼ਟਰ ਵੀਜ਼ਾ, ਔਰ ਰੀਸੈਂਟਲੀ ਹੁਣ ਓਪਨ ਹੋ ਚੁੱਕੇ ਆ ਜੀ, ਬਾਇਓਮੈਟ੍ਰਿਕ ਵੀ ਸਾਰੇ ਓਪਨ ਹੋ ਚੁੱਕੇ ਆ ਔਰ ਇਹ ਲੇਟੈਸਟ ਜਿਹੜਾ ਹੈਗਾ ਜੁਲਾਈ 28 ਤੋਂ ਉਹਨਾਂ ਨੇ ਸਟਾਰਟ ਕਰਤੇ ਜੀ ਬਾਇਓਮੈਟ੍ਰਿਕਸ। ਜਿਨ੍ਹਾਂ ਦੇ ਵੀ ਪੈਂਡਿੰਗ ਸੀਗੇ ਪਿਛਲੇ ਔਰ ਜਿਹੜੇ ਨਵੀਂ ਐਪਲੀਕੇਸ਼ਨਸ ਲਗਾ ਰਹੇ ਆ ਉਹ ਸਾਰੇ ਆਪਣੇ ਬਾਇਓਮੈਟ੍ਰਿਕ ਕਰਾ ਸਕਦੇ ਆ ਔਰ ਵਿਜ਼ਿਟਰ ਵੀਜ਼ਾ ਦੀ ਐਪਲੀਕੇਸ਼ਨ ਉਹ ਲਗਾ ਸਕਦੇ ਆ। ਸਭ ਤੋਂ ਪਹਿਲਾਂ ਇਹ ਆ ਕਿ ਤੁਹਾਡੇ ਕੋਲੇ ਕੈਨੇਡੀਅਨ ਰਿਲੇਟਿਵ ਔਰ ਤੁਹਾਡਾ ਕੋਈ ਫਰੈਂਡ ਇਹ ਜਿਹਾ ਹੈਗਾ ਜਿਹੜਾ ਤੁਹਾਨੂੰ ਇਨਵਾਈਟ ਕਰ ਰਿਹਾ ਹੈ ਜਾਂ ਜਿਹੜਾ ਤੁਹਾਡੀ ਅੰਡਰਟੇਕਿੰਗ ਲੈ ਰਿਹਾ ਹੈ। ਇਹਦੇ ਵਿੱਚ ਬੇਸਿਕਲੀ ਕਿ ਕਿਹੜਾ ਇਹ ਜਿਹਾ ਫੰਕਸ਼ਨ ਹੈ, ਕਿਹੜਾ ਇਹ ਜਿਹਾ ਜਿਹਦੇ ਤੋਂ ਆਉਣਾ ਬਹੁਤ ਜ਼ਰੂਰੀ ਹੈ, ਇੰਪੋਰਟੈਂਟ ਹੈ। ਪਰਪਸ ਆਫ ਯੂਰ ਵਿਜ਼ਿਟ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਦਿਖਾਉਂਦੇ ਹੋ ਕਿ ਇੱਥੇ ਮੈਰਿਜ ਆ ਤਾਂ ਇੱਕ ਇਕੱਲਾ ਕਾਰਡ ਬਣਾਉਣ ਨਾਲ ਉਹ ਮੈਰਿਜ ਪ੍ਰੂਫ ਨਹੀਂ ਹੋ ਜਾਂਦੀ। ਮੈਰਿਜ ਰਜਿਸਟਰੀ ਹੈ ਜਿਹੜੀ ਤੁਹਾਨੂੰ ਉਹ ਸਬਮਿਟ ਕਰਨੀ ਪੈਂਦੀ ਹੈ। ਇਟ ਇਜ਼ ਅ ਲੀਗਲ ਡਾਕੂਮੈਂਟ ਦੈਟ ਯੂ ਕੈਨ ਪ੍ਰੂਵ ਕਿ ਤੁਸੀਂ ਮੈਰਿਜ ਦੇ ਉੱਪਰ ਆ ਰਹੇ ਹੋ ਔਰ ਤੁਹਾਡਾ ਆਉਣਾ ਕਿਉਂ ਜ਼ਰੂਰੀ ਹੈ, ਕਿਹੜੇ ਇਹ ਜਿਹੇ ਮੈਰਿਜ ਰਿਚੁਅਲਸ ਹਨ ਜਿਹੜੇ ਤੁਸੀਂ ਪਰਫਾਰਮ ਕਰਨੇ ਆ ਉਹਦਾ ਤੁਸੀਂ ਪ੍ਰੂਫ ਦੇਣਾ ਹੁੰਦਾ ਹੈ। ਸੈਕਿੰਡ ਜਿਹੜਾ ਹੈਗਾ ਕਿ ਤੁਸੀਂ ਫਾਈਨੈਂਸ਼ੀਅਲ ਕਿੰਨੇ ਕੁ ਸਟਰੋਂਗ ਹੋ।
ਸੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੇ ਇੱਕ ਬੰਦਾ ਅਪਲਾਈ ਕਰ ਰਿਹਾ 25,000 ਅਰਾਊਂਡ ਇੰਡੀਆ ਦਾ 13 ਲੱਖ ਰੁਪਇਆ ਜਿਹੜਾ ਹੈ ਤੁਸੀਂ ਉਹ ਦਿਖਾਣਾ। 13 ਲੱਖ ਦੇ ਤੁਸੀਂ ਐਸੈਟ ਨਹੀਂ ਦਿਖਾਣੇ। 13 ਲੱਖ ਦਾ ਇਹ ਨਹੀਂ ਹੈ ਕਿ ਤੁਹਾਡੇ ਕੋਲ ਘਰ ਹੈ ਤੇ ਉਹ 13 ਲੱਖ ਵਰਥ ਕਰਦਾ ਆ, ਕਿਉਂਕਿ ਤੁਸੀਂ ਪ੍ਰਾਪਰਟੀ ਵੇਚ ਕੇ ਕਿਤੇ ਘੁੰਮਣ ਨਹੀਂ ਜਾ ਸਕਦੇ ਔਰ ਨਾ ਹੀ ਇਹ ਜੀ ਕਿਸੇ ਬੰਦੇ ਦੀ ਸੋਚ ਹੁੰਦੀ ਹੈ। ਤੁਹਾਡੇ ਬੈਂਕ ਦੇ ਵਿੱਚ 13 ਲੱਖ ਲਿਕੁਇਡ ਅਮਾਉਂਟ ਤੁਹਾਡੇ ਬੈਂਕ ਦੇ ਵਿੱਚ ਹੈ 13 ਲੱਖ, ਤਾਂ ਇਹ ਆਫਿਸਰ ਨੂੰ ਦੱਸਦਾ ਹੈ ਕਿ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੈਗੇ ਹੋ ਉਸ ਬੰਦੇ। ਹਾਂ, ਇਸ ਤੋਂ ਇਲਾਵਾ ਜਾਇਦਾਦ ਤੁਹਾਡੇ ਕੋਲ ਹੈਗੀ ਆ, ਜ਼ਮੀਨ ਹੈਗੀ ਆ, ਮਕਾਨ ਦੁਕਾਨ ਪਲਾਟ ਹੈਗੇ, ਉਹ ਵਾਧੂ ਗੱਲ ਹੈ, ਸਟਰੋਂਗ ਹੋ ਜਾਂਦਾ। ਐਸੈਟ ਜਿਹੜਾ ਹੈਗਾ ਜੀ ਉਹ ਥਰਡ ਪੁਆਇੰਟ ਹੈ ਕਿ ਤੁਹਾਡੀਆਂ ਟਾਈਜ਼ ਨੇ that you will go back to your country। ਉਹ ਇਹ ਚੀਜ਼ ਦੱਸਦਾ ਆ ਕਿ ਹਾਂਜੀ ਤੁਸੀਂ ਅੱਜ ਜੇ ਇੱਥੇ ਵਿਜ਼ਿਟ ਕਰਨੇ ਆਉਂਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਇੱਥੇ ਹੀ ਰਹੋਗੇ, ਕਿਉਂਕਿ ਤੁਹਾਨੂੰ ਜਾਣਾ ਹੀ ਪੈਣਾ। ਜਿਹੜੇ ਤੁਹਾਡੇ ਪਿੱਛੇ ਕੋਈ ਐਗਰੀਕਲਚਰ ਲੈਂਡ ਹੈ, ਜਿਹੜਾ ਤੁਹਾਡਾ ਪਿੱਛੇ ਕੋਈ ਘਰ ਹੈ, ਉਹਦੀ ਟੇਕ ਕੇਅਰ ਲਈ ਜਾਂ ਲੈਸੇ ਤੁਸੀਂ ਨੂੰ ਵੇਚਣਾ ਵੀ ਹੈ ਤਾਂ ਵੀ ਤੁਹਾਡਾ ਪ੍ਰੈਜ਼ੈਂਟ ਹੋਣਾ ਬਹੁਤ ਜ਼ਰੂਰੀ ਹੈ। ਤਾਂ ਉਹ ਆਫਿਸਰਸ ਨੂੰ ਇਹ ਚੀਜ਼ ਦੱਸਦਾ ਹੈ ਕਿ ਬੰਦੇ ਆ ਜਿਹੜੇ ਵਾਪਸ ਜਾਣਗੇ। ਮਤਲਬ ਇਹਦੇ ਨਾਲ ਜੇ ਉਹ ਐਕਸਟਰਾ ਹੈਗੀ ਆ ਗੱਲ, ਜਾਇਦਾਦ ਤੁਹਾਡੀ ਹੈਗੀ, ਐਸੈਟ ਹੈਗੇ ਆ, ਤੇ ਕੇਸ ਸਟਰੋਂਗ ਹੋ ਸਕਦਾ। ਪਰ ਜੇ ਕੁਝ ਵੀ ਨਹੀਂ ਹੈਗਾ ਕੋਲ ਤੇ ਉਹ ਜਿਹੜੇ ਪੈਸੇ ਵੀ ਤੁਸੀਂ ਕਹਿੰਦੇ ਹੋ ਵੀ ਇੰਨੇ ਲਿਕੁਇਡ ਐਸੈਟ ਚਾਹੀਦੇ, ਲਿਕੁਇਡ ਕੈਸ਼ ਚਾਹੀਦਾ, ਉਹ ਵੀ ਫੜਾ ਕੇ ਜਮ੍ਹਾਂ ਕਰਾਏ ਹੁਣ 10 ਦਿਨ ਪਹਿਲਾਂ 15 ਦਿਨ ਪਹਿਲਾਂ, ਇਹ ਵੀ ਮਤਲਬ ਉਹਨੂੰ ਪਤਾ ਲੱਗ ਜਾਂਦਾ ਇਮੀਗ੍ਰੇਸ਼ਨ ਆਫਿਸਰ ਨੂੰ ਕਿ ਇਹ ਤਾਂ ਕੋਈ ਬਿਲਕੁਲ ਜੀ। ਫਿਰ ਉਹ ਪਰਪਸ ਤੇ ਡਿਪੈਂਡ ਕਰਦਾ ਜੀ। ਜੇ ਤੁਸੀਂ ਮੈਰਿਜ ਦੀ ਗੱਲ ਕਰਦੇ ਹੋ ਤਾਂ ਜੇ ਤੁਹਾਡਾ ਬਹੁਤ ਜ਼ਿਆਦਾ ਕਲੋਜ਼ ਰਿਲੇਸ਼ਨਸ਼ਿਪ ਹੈ ਤਾਂ ਤੁਸੀਂ ਉਸ ਚੀਜ਼ ਨੂੰ ਡਿਫਾਈਨ ਡੈਫੀਨਿਟਲੀ ਕਰ ਸਕਦੇ ਹੋ। ਈਵਨ ਦੋ ਜੇ ਤੁਹਾਡੇ ਫਾਈਨੈਂਸ਼ੀਅਲਸ ਵੀ ਘੱਟ ਹੈ, ਈਵਨ ਦੋ ਤੁਹਾਡੇ ਕੋਲ ਐਸੈਟਸ ਵੀ ਨਹੀਂ ਹੈਗੇ, ਤੁਸੀਂ ਸਬਮਿਸ਼ਨ ਲੈਟਰ ਦੇ ਵਿੱਚ ਉਹ ਚੀਜ਼ ਮੈਂਸ਼ਨ ਕਰ ਸਕਦੇ ਹੋ। ਅਗੇਨ ਤੁਹਾਨੂੰ ਇਹ ਦੱਸਣਾ ਪੈਣਾ ਵੀ ਤੁਹਾਡਾ ਇੱਥੇ ਪ੍ਰੈਜ਼ੈਂਟ ਹੋਣਾ ਜ਼ਰੂਰੀ ਕਿਉਂ ਆ। ਸੈਕੰਡਲੀ ਜੇ ਲੈਸੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਬਟ ਤੁਸੀਂ ਇੱਥੇ ਫਿਨਰਲ ਅਟੈਂਡ ਕਰਨਾ ਆ, ਡੈਫੀਨਿਟਲੀ ਤੁਹਾਡੇ ਰਾਈਟ ਬਣਦੇ ਆ, ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਅੰਡਰ ਸਮ ਸਰਕਮਸਟੈਂਸਿਸ ਬੰਦਾ ਇੱਥੇ ਡੈਫੀਨਿਟਲੀ ਅਪਲਾਈ ਕਰ ਸਕਦਾ, ਈਵਨ ਦੋ ਉਹਦੇ ਕੋਲ ਫਾਈਨੈਂਸ਼ੀਅਲੀ ਵੀ ਇੰਨਾ ਸਟਰੋਂਗ ਨਹੀਂ ਹੈਗਾ। ਪਰ ਯੈਸ ਉਹਦਾ ਆਉਣਾ ਇੱਥੇ ਬਹੁਤ ਜ਼ਰੂਰੀ ਹੈ ਜੀ। ਮੇਕ ਸ਼ੋਰ ਇਹ ਜ਼ਰੂਰ ਕਰਨਾ ਹੈ ਕਿ ਜਿਹੜੇ ਬੰਦੇ ਕੋਲ ਇੱਥੇ ਆ ਕੇ ਤੁਸੀਂ ਰਹਿਣਾ ਆ ਉਹ ਤੁਹਾਡੀ ਐਟਲੀਸਟ ਤੁਹਾਡੀ ਉਹ ਅੰਡਰਟੇਕਿੰਗ ਚੱਕਣ ਯੋਗ ਹੋਵੇ ਜੇ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈਗੇ। ਆਮ ਤੌਰ ਤੇ ਸਾਡੇ ਭਾਈਚਾਰੇ ਦੇ ਵਿੱਚ, ਸਾਡੀ ਕਮਿਊਨਿਟੀ ਦੇ ਵਿੱਚ ਇਹ ਗੱਲ ਹੁੰਦੀ ਵੀ ਕਿਸੇ ਵੀ ਤਰੀਕੇ ਨਾਲ ਜਾਣਾ ਹੈ ਜੀ, ਤੇ ਉਹਨਾਂ ਨੂੰ ਇਹ ਲੱਗੀ ਜਾਂਦਾ ਹੁੰਦਾ ਵੀ ਕੋਈ ਗੱਲ ਨਹੀਂ, ਵਿਜ਼ਟਰ ਚਲੇ ਜਾਵਾਂਗੇ ਉੱਥੇ ਤੇ ਫਿਰ ਬਾਅਦ ਵਿੱਚ ਕੋਈ ਨਾ ਕੋਈ ਜੁਗਾੜ ਬਣਾ ਲਾਂਗੇ, ਵਰਕ ਪਰਮਿਟ ਲੈ ਲਾਂਗੇ, ਕੋਈ ਇਸ ਤਰ੍ਹਾਂ ਦਾ ਕੰਮ ਕਰ ਲਾਂਗੇ। ਇਸ ਸਭ ਪੋਸੀਬਿਲਿਟੀਜ਼ ਹੁੰਦੀਆਂ ਜਾਂ ਇਹ ਲੀਗਲ ਹੈ ਸਾਰਾ ਕੁਝ? ਬਿਲਕੁਲ ਜੀ। ਜਦੋਂ ਤੁਸੀਂ ਇੰਟੈਂਸ਼ਨ ਦਿਖਾਉਂਦੇ ਹੋ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦਾ ਕੋਈ ਵੀ ਤੁਸੀਂ ਕੇਸ ਲਗਾਉਣਾ, ਇਟ ਡਜ਼ਨਟ ਮੈਟਰ ਤੁਸੀਂ ਵਰਕ ਪਰਮਿਟ ਅਪਲਾਈ ਕਰਦੇ ਹੋ, ਤੁਸੀਂ ਸਟੂਡੈਂਟ ਪਰਮਿਟ ਅਪਲਾਈ ਕਰਦੇ ਹੋ, ਤੁਸੀਂ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਕੁਝ ਵੀ ਅਪਲਾਈ ਕਰਦੇ ਹੋ, ਈਵਨ ਦੋ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਦੇ ਹੋ, ਜੇ ਕਿਤੇ ਵੀ ਆਫਿਸਰ ਨੂੰ ਇਹ ਇੰਟੈਂਸ਼ਨ ਦਿਖਦੀ ਹੈ ਕਿ ਤੁਸੀਂ ਕੈਨੇਡਾ ਲੀਵ ਨਹੀਂ ਕਰਨਾ ਤਾਂ ਉਹ ਫਾਈਲ ਹੈ ਜਿਹੜੀ ਆਫਿਸਰ ਉੱਥੇ ਹੀ ਰਿਫਿਊਜ਼ ਕਰਦਾ। ਪਰ ਜਿਹੜੀ ਇੰਟੈਂਸ਼ਨ ਜੇ ਤੁਸੀਂ ਵਾਪਸ ਜਾਣ ਦੀ ਦਿਖਾਉਂਦੇ ਹੋ ਤਾਂ ਉਹ ਡੈਫੀਨਿਟਲੀ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਉਹ ਸਕਸੈਸ ਮਿਲ ਸਕਦੀ ਹੈ। ਪਰ ਕਮਿੰਗ ਬੈਕ ਟੂ ਯੂਰ ਕੁਐਸਚਨ ਕਿ ਜਦੋਂ ਬੰਦੇ ਵਿਜ਼ਿਟਰ ਵੀਜ਼ਾ ਤੇ ਇੱਥੇ ਆਉਂਦੇ ਆ ਤਾਂ ਕੀ ਉਹ ਅੱਗੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਸਕਦੇ ਆ? ਯੈਸ, ਜੇ ਉਹਨਾਂ ਦੇ ਸਕਿੱਲਸ ਇਹ ਜਿਹੇ ਹੈਗੇ ਔਰ ਜੌਬ ਆਫਰ ਜੈਨੂਅਨ ਹੈ ਔਰ ਉਹ ਰਿਲੇਸ਼ਨਸ਼ਿਪ ਸ਼ੋ ਕਰਦੇ ਆ ਕਿ ਆਫਿਸਰ ਨੂੰ ਇਹ ਪਤਾ ਲੱਗੇ ਕਿ ਜਿਹੜਾ ਬੰਦਾ ਵਿਜ਼ਿਟਰ ਇੱਥੇ ਆਇਆ ਸੀ ਉਹਨੂੰ EMPLOYER ਕਿੱਦਾਂ ਮਿਲਿਆ। ਇਹ ਤਾਂ ਹੈ ਨਹੀਂ ਵੀ ਘਰੇ ਬੈਠਾ ਸੀ ਤੇ EMPLOYER ਨੇ ਦੇਖ ਲਿਆ ਵੀ ਉਹ ਘਰੇ ਬੈਠਾ ਨੂੰ ਬੁਲਾ ਲਓ। ਸੋ ਕਿ ਉਹ ਐਪਲੀਕੈਂਟ ਨੇ ਇਹ ਬਹੁਤ ਸੈਂਸਿਟਿਵ ਹੋ ਜਾਂਦਾ। ਵਿਜ਼ਿਟਰ ਨੇ EMPLOYER ਨੂੰ ਕਿੱਦਾਂ ਅਪਰੋਚ ਕੀਤਾ, ਉਹ ਵਿਜ਼ਿਟਰ ਹੈ, ਉਹਦੀ ਇੰਟੈਂਸ਼ਨ ਸੀਗੀ ਵਰਕ ਦੀ ਜਾਂ ਫਿਰ EMPLOYER ਨੇ ਉਹ ਸਾਰੇ ਰਿਸੋਰਸਿਸ ਦੇਖੇ ਜੋ ਆਨਲਾਈਨ ਅਪਲਾਈ ਕੀਤਾ ਕਿ ਹਾਂਜੀ ਮੈਨੂੰ ਇਹ ਸਕਿੱਲ ਚਾਹੀਦੇ ਆ ਔਰ ਜਿਹਦੇ ਕੋਲ ਵੀ ਹੈਗੇ ਆ ਔਰ ਲੱਕੀਲੀ ਉਸ ਬੰਦੇ ਕੋਲ ਹੈਗੇ ਸੀਗੇ ਤਾਂ ਉਸਨੇ ਰਿਕੁਐਸਟ ਕੀਤੀ IRCC ਨੂੰ ਕਿ ਮੇਰੇ ਕੋਲ ਇਹ ਸਾਰੇ ਸਕਿੱਲਸ ਹੈਗੇ ਆ ਔਰ ਮੈਂ ਲੇਬਰ ਮਾਰਕੀਟ ਦੇ ਵਿੱਚ ਜਿਹੜੇ EMPLOYER ਨੂੰ ਇਹ ਲੋੜ ਹੈ ਤੇ ਮੈਂ ਅਪਲਾਈ ਕਰ ਸਕਦਾ ਹਾਂ ਤੇ on the basis of that paperwork you can apply। ਉਹਨੂੰ ਇਮੀਗ੍ਰੇਸ਼ਨ ਆਫਿਸਰ ਨੂੰ, ਵੀਜ਼ਾ ਆਫਿਸਰ ਨੂੰ ਇਹ ਗੱਲਾਂ ਅਪੀਲ ਕਰਨੀਆਂ ਚਾਹੀਦੀਆਂ ਕਿ ਜੈਨੂਇਨਨੈਸ ਕਿੰਨੀ ਕੁ ਹੈਗੀ ਇਸ ਐਪਲੀਕੇਸ਼ਨ ਦੇ ਵਿੱਚ ਜੀ। ਇੱਕ ਮੇਰਾ ਕੁਐਸਚਨ ਸੀਗਾ ਜੀ, ਆਮ ਤੌਰ ਤੇ ਜਦੋਂ ਦੇ ਸੁਪਰ ਵੀਜ਼ਾ ਵਾਲੀ ਚੱਲੀ ਹੈ ਗੱਲ, ਸੁਪਰ ਵੀਜ਼ਾ ਕਈ ਵਾਰੀ ਹੁੰਦਾ ਜੀ ਵੀ ਸੁਪਰ ਵੀਜ਼ਾ ਲੈਣਾ ਉਹਦੇ ਨਾਲ ਇੰਸ਼ੋਰੈਂਸ ਲੈਣੀ ਪੈਣੀ ਹੈ ਘੱਟੋ ਘੱਟ ਜਿਹੜੀ 100,000 ਕੈਨੇਡੀਅਨ ਡਾਲਰ ਜੀ, ਤੇ ਉਹਦੇ ਨਾਲ ਫਿਰ ਹੁੰਦਾ ਕਿ ਉਹ ਲੰਮੇ ਸਮੇਂ ਲਈ ਤੁਸੀਂ ਰਹਿ ਸਕਦੇ ਹੋ। ਪਰ ਕਈ ਵਾਰੀ ਪੇਰੈਂਟਸ ਇਹ ਕਹਿੰਦੇ ਨਹੀਂ ਅਸੀਂ ਯਾਰ
ਸਾਡਾ ਤਾਂ ਪਿੱਛੇ ਸਰਦਾ ਹੀ ਨਹੀਂ ਹੈਗਾ, ਜਾਂ ਸਾਡਾ ਨਹੀਂ ਉੱਥੇ ਜੀ ਲੱਗਣਾ ਜੀ ਹਾਂਜੀ, ਅਸੀਂ ਤਾਂ ਚਲੋ 2-4 ਹਫ਼ਤੇ ਲਈ ਤੁਹਾਡੇ ਕੋਲ ਆ ਸਕਦੇ। ਕਿਹਨੂੰ ਪ੍ਰੈਫਰ ਕਰਨਾ ਚਾਹੀਦਾ? ਜਿਹੜਾ ਸ਼ਾਰਟ ਵਿਜ਼ਿਟ ਵੀਜ਼ਾ ਹੈਗਾ, ਜਿਹਨੂੰ ਵਿਜ਼ਟਰ ਵੀਜ਼ਾ ਅਸੀਂ ਕਹਿੰਦੇ ਹਾਂ, ਜਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਕਹਿੰਦੇ ਹਾਂ ਜੀ, ਉੱਧਰ ਅਪਲਾਈ ਕਰਨਾ ਪ੍ਰੈਫਰ ਕਰਾਂਗੇ, ਜਾਂ ਫਿਰ ਇਹਨਾਂ ਨੂੰ ਸੁਪਰ ਵੀਜ਼ੇ ਦੇ ਵਿੱਚ ਹੀ ਬੁਲਾਉਣਾ ਚਾਹੀਦਾ? ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੇ ਵਿੱਚ ਦੋ ਫਰਕ ਹੈ ਜੀ। ਸੁਪਰ ਵੀਜ਼ਾ ਦੇ ਵਿੱਚ ਇੱਕ ਤਾਂ ਤੁਸੀਂ ਲੋ ਇਨਕਮ ਕੱਟ ਆਫ ਨੂੰ ਮੀਟ ਕਰਦੇ ਹੋ। ਜੇ ਤੁਸੀਂ ਲੋ ਇਨਕਮ ਕੱਟ ਆਫ ਨੂੰ ਮੀਟ ਨਹੀਂ ਕਰਦੇ, ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਇਨਵਾਈਟ ਨਹੀਂ ਕਰ ਸਕਦੇ, ਈਵਨ ਦੋ ਚਾਹੇ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਲਓ ਚਾਹੇ ਨਾ ਲਓ, ਵਿਚ ਇਜ਼ ਅ ਰਿਕੁਆਇਰਮੈਂਟ ਤੁਹਾਨੂੰ ਲੈਣੀ ਪੈਣੀ ਹੈ। ਸੁਪਰ ਵੀਜ਼ਾ ਦੇ ਵਿੱਚ ਤੁਸੀਂ ਚਾਹੇ ਇੰਸ਼ੋਰੈਂਸ ਲੈ ਵੀ ਲਓ, ਪਰ ਲੋ ਇਨਕਮ ਕੱਟ ਆਫ ਨੂੰ ਤੁਸੀਂ ਮੀਟ ਨਹੀਂ ਕਰਦੇ ਤਾਂ ਉਹਨਾਂ ਨੂੰ ਸੁਪਰ ਵੀਜ਼ਾ ਨਹੀਂ ਮਿਲਣਾ। ਇਨਕਮ ਜਿਹੜਾ ਉਹ ਕ੍ਰਾਈਟੇਰੀਆ ਜਿਹੜਾ ਲੋ ਇਨਕਮ ਕੱਟ ਆਫ ਗਵਰਨਮੈਂਟ ਵੱਲੋਂ ਦਿੱਤਾ ਗਿਆ ਕਿ ਨੰਬਰਸ ਜਿਹੜਾ ਮੈਂ ਪਿੱਛੇ ਐਗਜ਼ਾਮਪਲ ਦਿੱਤੀ ਹੈ ਫੈਮਿਲੀ ਮੈਂਬਰਸ ਜੀ, ਨੰਬਰ ਆਫ ਫੈਮਿਲੀ ਮੈਂਬਰਸ। ਔਰ ਇੱਥੇ ਮੈਂ ਕਲੀਅਰ ਕਰਦਾ, ਬਹੁਤ ਲੋਕਾਂ ਦੀ ਸਾਨੂੰ ਕਾਲ ਆਉਂਦੀ ਹੈ ਜਿਹਦੇ ਵਿੱਚ ਉਹ ਕਹਿੰਦੇ ਆ ਜੀ ਕਿ ਅਸੀਂ, ਮੈਂ ਔਰ ਮੇਰੇ ਹਸਬੈਂਡ ਔਰ ਇੱਕ ਬੱਚਾ ਆ, 3 ਜਣੇ ਆ, ਤੇ ਅਸੀਂ ਆਪਣੇ ਦੋਨੋਂ ਪੇਰੈਂਟਸ ਨੂੰ ਇੱਥੇ ਬੁਲਾਉਣਾ ਆ, ਤਾਂ ਕੀ ਸਾਨੂੰ 3 ਬੰਦਿਆਂ ਦੀ ਦੇਖਣੀ ਪੈਣੀ ਆ ਜਾਂ ਸਾਨੂੰ 5 ਜਣਿਆਂ ਦੀ ਦੇਖਣੀ ਪੈਣੀ ਆ ਜੋ ਲੋ ਇਨਕਮ ਕੱਟ ਆਫ ਹੈ? ਔਰ ਉੱਥੇ ਮੈਂ ਕਲੀਅਰ ਕਰਦਾ ਜੀ ਤੁਹਾਨੂੰ 5 ਜਣਿਆਂ ਦੀ ਹੀ ਦੇਖਣੀ ਪੈਣੀ ਆ, ਕਿਉਂਕਿ ਜਿਹੜਾ ਲੋ ਇਨਕਮ ਕੱਟ ਆਫ ਹੈ ਐਟ ਦਾ ਐਂਡ ਬੰਦਿਆਂ ਨੇ, ਕਿੰਨੇ ਬੰਦੇ ਨੇ ਜਿਹੜੇ ਇੱਕ ਘਰ ਦੇ ਵਿੱਚ ਰਹਿਣਗੇ। ਸੋ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਕਾਮਨ ਕੁਐਸਚਨ ਪੁੱਛਿਆ ਜਾਂਦਾ ਜਦੋਂ ਸੁਪਰ ਵੀਜ਼ਾ ਆਉਂਦਾ। ਪਰ ਮੈਂ ਤਾਂ ਬੈਕ ਤੁਹਾਡੇ ਕੁਐਸਚਨ ਤੇ ਆਣਾ ਕਿ ਵਿਜ਼ਟਰ ਵੀਜ਼ਾ ਕਰਨਾ ਚਾਹੀਦਾ ਹੈ ਜਾਂ ਸੁਪਰ ਵੀਜ਼ਾ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਲੋ ਇਨਕਮ ਕੱਟ ਆਫ ਚੈੱਕ ਕਰ ਲਓ ਕਿ ਤੁਸੀਂ ਮੀਟ ਕਰਦੇ ਹੋ ਜਾਂ ਨਹੀਂ ਕਰਦੇ। ਦੂਸਰਾ ਇਹ ਹੈ ਕਿ ਚਾਹੇ ਤੁਸੀਂ ਵਿਜ਼ਟਰ ਵੀਜ਼ਾ ਕਰੋ ਚਾਹੇ ਤੁਸੀਂ ਸੁਪਰ ਵੀਜ਼ਾ ਕਰੋ, ਰეკਮੈਂਡੇਸ਼ਨ ਸੁਜੈਸਸ਼ਨ ਇਹ ਹੈ ਕਿ ਤੁਸੀਂ ਇੰਸ਼ੋਰੈਂਸ ਡੈਫੀਨਿਟਲੀ ਬਾਏ ਕਰੋ। ਜੇ ਤੁਸੀਂ ਸੁਪਰ ਵੀਜ਼ਾ ਕਰਦੇ ਹੋ, ਯੂ ਹੈਵ ਟੂ ਹੈਵ 100,000 ਕੈਨੇਡੀਅਨ ਡਾਲਰ ਕੈਨੇਡੀਅਨ ਪਾਲਿਸੀ, ਇੰਸ਼ੋਰੈਂਸ ਪਾਲਿਸੀ। ਜੇ ਤੁਸੀਂ ਵਿਜ਼ਿਟਰ ਵੀਜ਼ਾ ਤੇ ਹੋ ਤਾਂ ਐਟਲੀਸਟ ਕਲੋਜ਼ ਟੂ ਦੈਟ ਤੁਸੀਂ ਉਹਨਾਂ ਦੀ 50,000 ਸ਼ਾਰਟ ਪੀਰੀਅਡ ਦੀ ਲੈਣੀ ਹੁੰਦੀ ਹੈ, ਲੈਣੀ ਚਾਹੀਦੀ ਉਹ ਤੁਸੀਂ ਡੈਫੀਨਿਟਲੀ ਲਓ ਤਾਂ ਕਿ ਉਹ ਸੇਫ ਰਹਿਣ ਤੇ ਤੁਹਾਡਾ ਵੀ ਬਜਟ ਨਾ हिले। ਇਹ ਚਲੋ ਵੈਸੇ ਵੱਖਰਾ ਕੁਐਸਚਨ ਹੈਗਾ, ਤੇ ਇੰਸ਼ੋਰੈਂਸ ਵਾਲੇ ਵਧੀਆ ਤਰੀਕੇ ਨਾਲ ਇਹਨੂੰ ਐਲੈਬੋਰੇਟ ਕਰ ਸਕਦੇ ਆ ਕਿ ਇੰਸ਼ੋਰੈਂਸ ਜਿਹੜੀ ਹੈ ਅਦਰ ਦੈਨ ਸੁਪਰ ਵੀਜ਼ਾ ਵਿੱਚ ਸ਼ਰਤ ਹੈ ਨਾ ਕੈਨੇਡੀਅਨ ਡਾਲਰਸ ਦੀ, ਤੁਸੀਂ ਕੈਨੇਡੀਅਨ ਕੰਪਨੀ ਕੋਲੋਂ ਲੈਣੀ ਹੈ ਜੀ। ਵੀ ਦੂਸਰੀ ਜਿਹੜੀ ਕੋਈ ਵਿਜ਼ਟਰ ਆਉਂਦਾ ਹੈਗਾ ਤੇ ਉਹਦੀ ਇੰਸ਼ੋਰੈਂਸ ਜਿਹੜੀ ਆ ਉਹ ਸਾਨੂੰ ਬੈਕ ਹੋਮ ਤੋਂ ਲੈ ਲੈਣੀ ਚਾਹੀਦੀ ਜਾਂ ਇੱਥੋਂ ਲੈ ਲੈਣੀ ਚਾਹੀਦੀ? ਇਹ ਇੱਕ ਵੱਖਰਾ ਡਿਫਰੈਂਟ ਕੁਐਸਚਨ ਹੈਗਾ ਸ਼ਾਇਦ। ਮੋਸਟਲੀ ਜੀ ਤੁਹਾਨੂੰ ਕੈਨੇਡੀਅਨ ਪਾਲਿਸੀ ਹੀ ਲੈਣੀ ਚਾਹੀਦੀ ਹੈ, ਕੈਨੇਡੀਅਨ ਇੰਸ਼ੋਰੈਂਸ ਪਾਲਿਸੀ। ਔਰ ਬਹੁਤ ਸਾਰੀਆਂ ਪਾਲਿਸੀਜ਼ ਇਹੋ ਜਿਹੀਆਂ ਨੇਗੀਆਂ ਜਿਹੜੀਆਂ ਜਦੋਂ ਤੁਸੀਂ ਓਵਰਸੀਜ਼ 에ਅਰਪੋਰਟ ਤੋਂ ਚੜ੍ਹਦੇ ਹੋ ਉਦੋਂ ਹੀ ਇਫੈਕਟਿਵ ਹੋ ਜਾਂਦੀਆਂ ਨੇ। ਸੋ ਜਿਹੜੇ ਇੰਸ਼ੋਰੈਂਸ ਪ੍ਰੋਵਾਈਡਰਸ ਨੇ ਜਾਂ ਜਿਹੜੇ ਇੰਸ਼ੋਰੈਂਸ ਐਡਵਾਈਜ਼ਰਸ ਨੇ ਉਹ ਤੁਹਾਨੂੰ ਬੈਟਰ ਦੱਸ ਦੇਣਗੇ ਤੇ ਉਹ ਉਹਨਾਂ ਤੋਂ ਕਲੀਅਰ ਕਰ ਸਕਦੇ। ਹੁਣ ਗੱਲ ਆ ਗਈ ਜੀ ਵੀ ਵਿਜ਼ਿਟਰ ਵਾਸਤੇ ਕਈ ਵਾਰੀ ਇੱਕ ਪਿੱਛੇ ਜੇ ਟੋਰਾਂਟੋ 에ਅਰਪੋਰਟ ਤੇ ਗੱਲ ਹੋਈ, ਕੋਈ ਪਤਾ ਨਹੀਂ ਇਹ ਸੱਚੀ ਆ ਜਾਂ ਝੂਠੀ ਆ, ਵੈਸੇ ਜਿਹੜਾ ਸੋਸ਼ਲ ਮੀਡੀਆ ਤੇ ਗੱਲ ਬੜੀ ਛੇਤੀ ਫੈਲਦੀ ਹੈ ਜੀ। ਉਹ ਕਹਿੰਦੇ ਜੀ ਇੱਕ ਯੰਗ ਮੁੰਡਾ ਉੱਥੇ 에ਅਰਪੋਰਟ ਤੇ ਉਤਰਿਆ, ਉਹਨੂੰ ਪੁੱਛਿਆ ਉੱਥੇ ਇਮੀਗ੍ਰੇਸ਼ਨ ਆਫਿਸਰ ਨੇ ਕਿ ਤੂੰ ਕੈਨੇਡਾ ਕਿਉਂ ਆਇਆ ਜੀ? ਉਹ ਜੂਨ ਜੁਲਾਈ ਦੇ ਮਹੀਨੇ ਆਇਆ ਸੀ। ਉਹ ਕਹਿੰਦਾ ਜੀ ਮੈਂ ਇੱਥੇ ਸੁਣਿਆ ਬਰਫ਼ ਬੜੀ ਪੈਂਦੀ, ਅਸੀਂ ਸਨੋਰ ਨਾ ਕਹਿੰਦੇ ਉੱਥੇ ਬਰਫ਼ ਹੀ ਕਹਿੰਦੇ, ਬਰਫ਼ ਬੜੀ ਪੈਂਦੀ, ਮੈਂ ਤਾਂ ਵੇਖਣ ਆਇਆ। ਉਹ ਕਹਿੰਦਾ ਚੰਗਾ ਫਿਰ ਇੱਥੇ ਰੁਕ ਜਾ ਥੋੜੀ ਦੇਰ, ਤੇਰੀ ਫਲਾਈਟ ਦੂਜੀ ਆਉਂਦੀ ਤੈਨੂੰ ਵਾਪਸ ਭੇਜਣਾ ਸੀ। ਕਿਹੜੇ ਬਹਾਨੇ ਹੁੰਦੇ? ਬਹਾਨੇ ਚਲੋ ਜਾਇਜ਼ ਹੋਣੇ ਚਾਹੀਦੇ ਆ, ਰੀਜ਼ਨੇਬਲ ਗੱਲ ਹੋਣੀ ਚਾਹੀਦੀ ਆ। ਕਿਹੜੇ ਪਰਪਸ ਆ ਜਿਹਦੇ 'ਚ ਸਾਨੂੰ ਲੱਗਦਾ ਕਿ ਅਸੀਂ ਅਨਨੈਸੈਸਰੀ ਅਪਲਾਈ ਕਰਕੇ ਆਪਦੀਆਂ ਐਪਲੀਕੇਸ਼ਨਾਂ ਰਿਜੈਕਟ ਨਾ ਕਰਵਾਈ ਚਲੀਏ, ਫੀਸਾਂ ਨਾ ਭਰੀ ਚਲੀਏ। ਜੇ ਐਡਵਾਈਜ਼ਰ ਦੇ ਕੋਲੋਂ ਵੀ ਜਾਂਦੇ ਤੇ ਉਹ ਇਹ ਵੀ ਨਾ ਕਹੇ ਯਾਰ ਉਹਨੂੰ ਜਾ ਕੇ ਕਹਿੰਦਾ ਯਾਰ ਜਿੱਦਾਂ ਮਰਜ਼ੀ ਅਪਲਾਈ ਕਰੋ ਜੀ, ਅਸੀਂ ਤਾਂ ਜਾਣਾ ਹੀ ਜਾਣਾ, ਜਾਂ ਸਾਡੇ ਬੰਦੇ ਨੇ ਜਾਣਾ ਹੀ ਜਾਣਾ, ਅਸੀਂ ਆਪਣੇ ਧੀ ਪੁੱਤਰ ਨੂੰ ਭੇਜਣਾ ਹੀ ਭੇਜਣਾ। ਸੌਲਿਡ ਤਰੀਕੇ ਨਾਲ ਤੁਸੀਂ ਸੱਚੀ ਮੁੱਚੀ ਇੱਥੇ ਆਉਣਾ ਚਾਹੁੰਦੇ ਹੋ ਜੀ, ਕਿਹੜੇ ਰੀਜ਼ਨ ਹੈਗੇ ਆ ਜਾਇਜ਼ ਰੀਜ਼ਨ ਜਦੋਂ ਆ ਸਕਦਾ ਬੰਦਾ? ਸਭ ਤੋਂ ਪਹਿਲਾਂ ਤਾਂ ਤੁਸੀਂ ਕੋਈ ਵੀ ਐਪਲੀਕੇਸ਼ਨ ਜਦੋਂ ਲਾਣੀ ਹੈ ਤਾਂ ਇਮੀਗ੍ਰੇਸ਼ਨ ਰਿਪਰੈਜ਼ੈਂਟੇਟਿਵ ਨੂੰ ਡੈਫੀਨਿਟਲੀ ਮਿਲੋ। ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜਿਹੜੀ ਐਪਲੀਕੇਸ਼ਨ ਦੇ ਵਿੱਚ ਲੈਸੇ ਤੁਸੀਂ ਵਿਜ਼ਟਰ ਵੀਜ਼ਾ ਦੀ ਗੱਲ ਕੀਤੀ ਹੈ ਕਿ ਵਿਜ਼ਟਰ ਵੀਜ਼ਾ ਦੇ ਵਿੱਚ ਅਪਲਾਈ ਕਰ ਰਹੇ ਹੋ, ਕੀ ਉਹ ਐਪਲੀਕੇਸ਼ਨ ਸਟਰੋਂਗ ਹੈਗੀ ਹੈ ਉਸ ਨੂੰ ਆਪਾਂ ਫਾਈਲ ਅਪ ਕਰਨ ਲਈ। ਔਰ ਜਿਹੜੀ ਤੁਸੀਂ 에ਅਰਪੋਰਟ ਦੀ ਗੱਲ ਕੀਤੀ ਹੈ ਕਿ ਹਾਂਜੀ ਕਿਸੇ ਇੱਕ ਐਗਜ਼ਾਮਪਲ ਦਿੱਤੀ ਕਿਸੇ ਬੰਦੇ ਨੇ ਇੱਦਾਂ ਕੀਤਾ ਆ, ਉਹ ਕਲੀਅਰਲੀ ਮੈਂ ਉਸ ਚੀਜ਼ 'ਤੇ ਕਮੈਂਟ ਕਰ ਸਕਦਾ ਹਾਂ ਕਿ ਉਸ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀਗਾ ਕਿ ਮੇਰੀ ਐਪਲੀਕੇਸ਼ਨ ਦੇ ਵਿੱਚ ਲਗਾਇਆ ਕੀ ਗਿਆ। ਜਦੋਂ ਉਹ ਐਪਲੀਕੇਸ਼ਨ ਫਾਈਲ ਅਪ ਕੀਤੀ ਗਈ ਔਰ ਇਮੀਗ੍ਰੇਸ਼ਨ ਡਿਪਾਰਟਮੈਂਟ ਔਰ ਇਮੀਗ੍ਰੇਸ਼ਨ ਆਫਿਸਰ ਨੇ ਜਦੋਂ ਉਹਨੂੰ 에ਅਰਪੋਰਟ 'ਤੇ ਕਨਫਰਮ ਕੀਤਾ ਕਿ ਤੂੰ ਕਿਉਂ ਆਇਆ ਆ, ਤਾਂ ਉਸਨੇ ਉਹ ਕਲੀਅਰ ਨਹੀਂ ਕੀਤਾ ਕਿ ਉਹਦਾ ਪਰਪਸ ਇਨ ਰਿਟਨ ਐਪਲੀਕੇਸ਼ਨ ਦੇ ਵਿੱਚ ਕੀ ਦਿੱਤਾ ਗਿਆ, ਵਿਚ ਕਲੀਅਰਲੀ ਸੇਜ਼ ਦੈਟ ਕਿ ਸਮਬਡੀ ਆਲਸ
submitted the application on behalf of him. ਸੋ ਇਸ ਕਰਕੇ ਉਸਨੂੰ ਇਸ ਚੀਜ਼ ਦਾ ਨਹੀਂ ਪਤਾ ਸੀਗਾ ਕਿ ਹਾਂਜੀ ਮੈਂ ਰਿਟਨ ਦੇ ਵਿੱਚ ਕੀ ਲਿਖਿਆ, ਤੇ ਉਹ ਮਿਸ ਰਿਪਰੈਜ਼ੈਂਟੇਸ਼ਨ ਉੱਥੇ ਹੋ ਚੁੱਕੀ ਔਰ ਕਲੀਅਰਲੀ ਉਹਨਾਂ ਨੇ ਉਸਨੂੰ ਵਾਪਸ ਭੇਜਿਆ ਉੱਥੇ, ਕਿਉਂਕਿ ਉਹ ਮੈਚ ਨਹੀਂ ਸੀ ਕਰਦਾ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਤੇ ਉੱਥੇ 에ਅਰਪੋਰਟ ਤੇ ਆ ਕੇ ਕੀ ਕਿਹਾ। ਔਰ ਇੱਥੇ ਮੈਂ ਇੱਕ ਚੀਜ਼ ਹੋਰ ਰਿਲੇਟ ਕਰਦਾ ਕਿ ਬਹੁਤ ਵਾਰ ਇਹੋ ਜਿਹੀਆਂ ਐਪਲੀਕੇਸ਼ਨਸ ਹੁੰਦੀਆਂ ਨੇ ਕਿ ਜਦੋਂ ਇੱਥੇ ਬੰਦਾ ਕਹਿੰਦਾ ਹੈ ਕਿ ਜੀ ਮੈਂ ਵਰਕ ਪਰਮਿਟ ਅਪਲਾਈ ਕਰਨ ਲੱਗਿਆ, ਲੈਸੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਲੱਗਿਆ ਤੇ ਮੈਂ ਆਪਣੇ ਆਪ ਕਰ ਦੇਣਾ ਕਿਉਂਕਿ ਉਹ ਮੇਰੇ ਇੱਕ ਫਰੈਂਡ ਨੇ ਕੀਤਾ ਸੀਗਾ। ਸੋ ਜਦੋਂ ਬਹੁਤ ਸਾਰੇ ਕੇਸਿਸ ਮੈਂ ਇਹੋ ਜਿਹੇ ਦੇਖੇ ਆ ਕਿ ਫਰੈਂਡ ਜੋ ਕੋਈ ਵੀ ਥਰਡ ਪਾਰਟੀ ਪਰਸਨ ਜਦੋਂ ਉਹਨਾਂ ਦਾ ਕਰ ਰਿਹਾ ਆਪਣਾ ਵੀਜ਼ਾ ਆਪਣੇ ਆਪ ਕਰ ਰਿਹਾ ਸੀਗਾ, ਉਹ ਕੋਈ ਹੋਰ ਵੀਜ਼ਾ ਅਪਲਾਈ ਕਰ ਰਿਹਾ ਸੀਗਾ, ਤਾਂ ਜਦੋਂ ਇਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਾ ਉਹਦਾ ਫਰੈਂਡ ਉਹਨੂੰ ਕਹਿੰਦਾ ਹੈ ਕਿ ਹਾਂਜੀ ਤੂੰ ਆਪਣਾ ਵਰਕ ਪਰਮਿਟ ਕਰਦਾ ਮੇਰਾ ਵੀ ਕਰ ਦੇ, ਤੇ ਉਹਨੇ ਸਹੀ ਆਨਸਰ ਨਹੀਂ ਕੀਤੇ, ਜੋ ਕੁਐਸਚਨਸ ਟਰੂਥਫੁਲੀ ਆਨਸਰ ਨਹੀਂ ਕੀਤੇ ਗਏ, ਜਿਹਦੇ ਵਿੱਚ ਕਿਉਂਕਿ ਵਰਕ ਪਰਮਿਟ ਬਹੁਤ ਤਰ੍ਹਾਂ ਦੇ ਆ, LMIA ਬੇਸਡ, LMIA ਐਗਜ਼ੈਂਪਟ, ਇੰਪਲੋਇਰ ਬੇਸਡ, ਇਹਦੇ ਵਿੱਚ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਤੇ ਵਨਰੇਬਲ ਓਪਨ ਵਰਕ ਪਰਮਿਟ ਹੈ। ਸੋ ਜਦੋਂ ਬੰਦੇ ਨੂੰ ਨੌਲੇਜ ਨਹੀਂ ਹੈਗੀ, ਉਹਨੂੰ ਇੱਕ ਸਾਈਡ ਦੀ ਹੀ ਨੌਲੇਜ ਹੈ, ਉਹ ਐਪਲੀਕੇਸ਼ਨਸ ਇੱਧਰ ਉੱਧਰ ਦੇਖ ਕੇ ਤੇ ਜਦੋਂ ਅਪਲਾਈ ਕਰਦਾ ਤਾਂ ਇਟਸ ਜਸਟ ਅ ਵੇਸਟੇਜ ਆਫ ਟਾਈਮ। ਉੱਦਾਂ ਨਹੀਂ ਕਰਨਾ ਚਾਹੀਦਾ। ਔਰ ਵਿਜ਼ਿਟਰ ਵੀਜ਼ਾ ਨੂੰ ਜੋ ਆਪਾਂ ਕਿੱਦਾਂ ਸਟਰੋਂਗ ਕਰ ਸਕਦੇ ਹਾਂ, ਤਾਂ ਇਹ ਤਿੰਨ ਚੀਜ਼ਾਂ ਡੈਫੀਨਿਟਲੀ ਦੇਖ ਲੈਣੀਆਂ ਚਾਹੀਦੀਆਂ ਨੇ ਕਿ ਜਿਹੜਾ ਬੰਦਾ ਇੱਥੋਂ ਸਪਾਂਸਰ ਕਰ ਰਿਹਾ ਆ, ਇਨਵੀਟੇਸ਼ਨ ਆਪਾਂ ਭੇਜ ਰਿਹਾ ਆ, ਉਹ ਅੰਡਰਟੇਕਿੰਗ ਲੈ ਸਕਦਾ ਜਾਂ ਨਹੀਂ ਲੈ ਸਕਦਾ। ਜੇ ਨਹੀਂ ਲੈ ਸਕਦਾ ਤਾਂ ਪਲੀਜ਼ ਇੱਕ ਦੂਜੇ ਨੂੰ ਦੇਖ ਕੇ ਉਹ ਕਾਪੀ ਪੇਸਟ ਨਾ ਕਰੋ ਕਿ ਹਾਂਜੀ ਉਹਨੇ ਵਿਜ਼ਿਟਰ ਵੀਜ਼ਾ ਲਾਇਆ ਸੀਗਾ ਤੇ ਉਹਨੇ ਉਹ ਪੇਪਰ ਵਰਕ ਇੱਥੋਂ ਭੇਜਿਆ ਸੀ, ਮੈਂ ਵੀ ਉਹ ਕਾਪੀ ਕਰਕੇ ਉਹੀ ਭੇਜ ਇੱਦਾਂ ਨਹੀਂ ਜੀ। ਤੁਸੀਂ ਆਪਣੀ ਸਿਚੁਏਸ਼ਨ ਦੱਸੋ ਤਾਂ ਕਿ ਰਿਪਰੈਜ਼ੈਂਟੇਟਿਵ ਹੈ ਜਿਹੜਾ ਤੁਹਾਡੇ ਪੇਜ ਦੇ ਉੱਪਰ ਇਨਵੀਟੇਸ਼ਨ ਲੈਟਰ ਤਿਆਰ ਕਰਕੇ ਤੁਹਾਨੂੰ ਦੇਵੇ, ਤੇ ਤੁਸੀਂ ਉਹਦੇ 'ਚ ਦੇਖੋ ਕਿ ਹਾਂਜੀ ਜੇ ਤੁਸੀਂ ਮੀਟ ਕਰਦੇ ਹੋ ਫਾਈਨੈਂਸ਼ੀਅਲੀ ਤਾਂ ਤੁਸੀਂ ਅੰਡਰਟੇਕ ਕਰੋ, ਅਦਰਵਾਈਜ਼ ਨਹੀਂ। ਤੇ ਸੈਕਿੰਡ ਜਿਹੜਾ ਹੈਗਾ ਪਰਪਸ ਆਫ ਵਿਜ਼ਿਟ ਤੁਸੀਂ ਕਲੀਅਰ ਕਰਨਾ ਆ, ਔਰ ਉਹ ਇਨ ਰਿਟਨ ਕਲੀਅਰ ਕਰਨਾ ਹੈ ਕਿ ਤੁਹਾਡਾ ਪਰਪਸ ਕੀ ਹੈ, ਕਿ ਜੇ ਤੁਸੀਂ ਇੱਥੇ ਘੁੰਮਣ ਆਉਣਾ ਆ, ਤੁਹਾਡੀ ਪਿੱਛੇ ਹਿਸਟਰੀ ਕੀ ਹੈ, ਇਵਨ ਦੋ ਉਹ ਨਿਊਟਰਲ ਫੈਕਟਰ ਹੈ ਕਿ ਉਹਦੇ ਵਿੱਚ ਇਹ ਨਹੀਂ ਕਿ ਤੁਹਾਡੀ ਪਿੱਛੇ ਇਮੀਗ੍ਰੇਸ਼ਨ ਦੇ ਵਿੱਚ ਜੇ ਤੁਸੀਂ ਕਿਤੇ ਅਪਲਾਈ ਕੀਤਾ ਤਾਂ ਟਰੈਵਲ ਹਿਸਟਰੀ ਹੋਣੀ ਚਾਹੀਦੀ ਹੈ ਜਾਂ ਨਹੀਂ। ਇਵਨ ਦੋ ਤੁਸੀਂ ਕਿਤੇ ਟਰੈਵਲ ਨਹੀਂ ਕੀਤਾ, ਫਸਟ ਟਾਈਮ ਕਰਨਾ ਆ, ਤਾਂ ਡੈਫੀਨਿਟਲੀ ਤਾਂ ਵੀ ਉਹ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਇੱਥੇ ਕਿਉਂ ਆ ਰਹੇ ਹੋ। ਥਰਡ ਜਿਹੜਾ ਹੈਗਾ ਉਹ ਫਾਈਨੈਂਸ਼ੀਅਲੀ ਤੁਸੀਂ ਦੱਸਣਾ ਹੀ ਹੈ ਜੀ ਕਿ ਤੁਸੀਂ ਪ੍ਰੂਵ ਕਰਨਾ ਕਿ ਇੱਥੇ ਆਉਣ ਲਈ ਤੁਸੀਂ ਯੋਗ ਹੈਗੇ ਹੋ, ਤੇ ਤੁਸੀਂ ਫੈਮਿਲੀ ਟਾਈਜ਼, ਤੁਹਾਡੀਆਂ ਟਾਈਜ਼ ਇਹ ਜਿਹੀਆਂ ਹੈਗੀਆਂ ਜਿਹੜੀਆਂ ਤੁਸੀਂ ਪਿੱਛੇ ਜਾਓਗੇ। ਇੱਕ ਕਾਮਨ ਜੀ ਗੱਲ ਹੁੰਦੀ ਜੀ, ਬਹੁਤ ਸਾਰੇ ਲੋਕ ਜਦੋਂ ਵਿਜ਼ਿਟਰ ਵੀਜ਼ੇ ਵਾਸਤੇ ਅਪਲਾਈ ਕਰਦੇ ਆ, ਉਹਨਾਂ ਦੀ ਐਪਲੀਕੇਸ਼ਨਾਂ ਆਟੋਮੈਟਿਕਲੀ ਰਿਜੈਕਟ ਹੋ ਜਾਂਦੀਆਂ, ਤੇ ਦੋ ਪੱਕੇ ਲਿਖੇ ਹੁੰਦੇ ਆ ਰੀਜ਼ਨ। ਇੱਕ ਤਾਂ ਲਿਖਿਆ ਹੁੰਦਾ ਕਿ ਟਰੈਵਲ ਹਿਸਟਰੀ ਹੈ ਨਹੀਂ ਜੀ, ਇੱਕ ਤੁਸੀਂ ਵਾਪਸ ਨਹੀਂ ਆਉਣਾ ਜੀ। ਇਹਦੇ ਪਿੱਛੇ ਕੀ ਰੀਜ਼ਨ ਆ? ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਜੀ AI ਸਿਸਟਮ, ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਲਾਂਚ ਕੀਤਾ ਹੋਇਆ ਜੀ। ਜਦੋਂ ਕੋਈ ਵੀ ਵਿਜ਼ਿਟਰ ਵੀਜ਼ਾ ਦੀ ਜਾਂ ਕੋਈ ਮੋਸਟ ਆਫ ਦ ਐਪਲੀਕੇਸ਼ਨ ਜਦੋਂ ਤੁਸੀਂ ਅਪਲਾਈ ਕਰਦੇ ਹੋ ਆਨਲਾਈਨ, ਸਪੈਸ਼ਲੀ ਜਿਹੜੀਆਂ ਆਨਲਾਈਨ ਐਪਲੀਕੇਸ਼ਨਸ ਨੇ, ਉਹ ਸਿੱਧਾ ਜਾ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਪਰ ਜਾਂਦੀਆਂ, ਤੇ ਉਹ ਅੱਗੇ ਔਨ ਦ ਬੇਸ ਆਫ ਉਹਨੂੰ ਸਿਖਾਇਆ ਗਿਆ ਕਿ ਕਿਹੜੀ ਫੈਕਟਰਸ ਨੂੰ ਤੂੰ ਦੇਖਣਾ ਆ। ਜਿੱਦਾਂ ਮੈਂ ਇੱਕ ਐਗਜ਼ਾਮਪਲ ਲੈ ਕੇ ਤੁਹਾਨੂੰ ਦੱਸਿਆ ਹੈ ਕਿ ਪਹਿਲਾਂ ਉਹਨੇ ਦੇਖਣਾ ਕਿ ਹਾਂਜੀ ਫਾਈਨੈਂਸ਼ੀਅਲੀ ਉਹ ਮੀਟ ਕਰਦਾ ਹੈ, ਪਰਪਸ ਉਹ ਮੀਟ ਕਰਦਾ ਹੈ, ਪਿੱਛੇ ਟਾਈਜ਼ ਉਹਦੀਆਂ ਹੈਗੀਆਂ ਨੇ, ਜੇ ਤਿੰਨਾਂ ਨੂੰ ਮੀਟ ਕਰਦਾ ਹੈ ਤਾਂ ਉਹ ਸਟੈਪ ਬਾਏ ਸਟੈਪ ਉਹਨੂੰ ਸਿਖਾਇਆ ਗਿਆ ਕਿ ਜੇ ਇਹ ਚੀਜ਼ਾਂ ਮੀਟ ਕਰਦਾ ਆ। ਜਸਟ ਐਨ ਐਗਜ਼ਾਮਪਲ, ਸੋ ਡੋਂਟ ਕੋਟ ਮੀ ਔਨ ਇਟ, ਬਟ ਜੇ ਉਹ ਕਰਦਾ ਆ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਉਸ ਨੂੰ ਜੇ ਰਿਫਿਊਜ਼ ਕਰਦਾ ਤਾਂ ਇੱਕ ਉਹਨਾਂ ਨੇ ਪਰਮਾਨੈਂਟ ਉਹਦੇ ਵਿੱਚ ਇੱਕ ਲੈਟਰ ਤਿਆਰ ਕੀਤਾ ਹੋਇਆ ਜਿਹੜਾ ਆਟੋਮੈਟਿਕਲੀ ਉਹ ਰਿਫਿਊਜ਼ ਕਰਨ ਤੋਂ ਬਾਅਦ ਪ੍ਰਿੰਟ ਕਰ ਦਿੰਦਾ, ਜਿਹਨੂੰ ਉਹ ਸੈਂਡ ਕਰਦੇ ਆ। ਇਹ ਬਹੁਤ ਸਾਰੇ ਬੰਦੇ ਆ ਜਿਹੜੇ ਇਹ ਸੋਚਦੇ ਆ ਕਿ ਹਾਂਜੀ ਇਹ ਰਿਫਿਊਜ਼ਲ ਸਾਨੂੰ ਭੇਜੀਆਂ ਨੇ ਔਰ ਇਹ ਰਿਫਿਊਜ਼ਲ ਦਾ ਰੀਜ਼ਨ ਹੈ ਜਿਹੜਾ ਇਹ ਉਹਦੇ ਵਿੱਚ ਲਿਖਿਆ ਗਿਆ, ਪਰ ਆਫੀਸਰ ਉਹ ਰੀਜ਼ਨ ਨਹੀਂ ਹੈਗੇ। ਆਫੀਸਰ ਆਲਵੇਜ਼ ਉਹਦੇ ਵਿੱਚ ਕੋਟ ਕਰਦਾ ਆ ਸੈਕਸ਼ਨ ਇਮੀਗ੍ਰੇਸ਼ਨ ਐਕਟ ਦੇ ਅੰਦਰ, ਕਿਹੜੇ ਐਕਟ ਦੇ ਅੰਦਰ ਉਹਨੇ ਉਹ ਵੀਜ਼ਾ ਜਿਹੜਾ ਅਪਰੂਵ ਜਾਂ ਰਿਫਿਊਜ਼ ਕੀਤਾ ਆ। ਜੇ ਰਿਫਿਊਜ਼ ਕੀਤਾ ਵਿਜ਼ਿਟਰ ਵੀਜ਼ਾ ਦੀ ਆਪਾਂ ਗੱਲ ਕਰਦੇ ਹਾਂ, ਸੈਕਸ਼ਨ 179B ਦੀ ਉਹ ਗੱਲ ਕਰਦੇ ਹਾਂ, ਜਿਹਦੇ ਵਿੱਚ ਉਹ ਦੱਸਦੇ ਆ ਕਿ ਇਹਦੇ ਵਿੱਚ ਉਹ ਫਾਲ ਨਹੀਂ ਕੀਤਾ ਅੰਡਰ ਦੀ ਸਪੈਸੀਫਿਕੇਸ਼ਨਸ। ਔਰ ਜਦੋਂ ਵੀ ਉਹ ਰਿਫਿਊਜ਼ ਹੁੰਦਾ ਤਾਂ ਤੁਸੀਂ ਉਹਨੂੰ ਸੇਮ ਡਾਕੂਮੈਂਟ ਲਗਾ ਕੇ ਤੇ ਉਹਨੂੰ ਆਪਣਾ ਵੀਜ਼ਾ ਦੁਬਾਰਾ ਅਪਲਾਈ ਨਹੀਂ ਕਰਨਾ ਚਾਹੀਦਾ। ਪਹਿਲਾਂ ਮੇਕ ਸ਼ੋਰ ਕਰ ਲਓ ਕਿ ਤੁਹਾਡਾ ਵੀਜ਼ਾ ਕਿਉਂ ਰਿਫਿਊਜ਼ ਹੋਇਆ ਆ, ਪਹਿਲਾਂ ਆਪਣੇ ਆਪ ਦੇਖੋ ਕਿ ਮੇਰੇ ਤੋਂ ਕਿਹੜੀ ਗਲਤੀ ਹੋ ਗਈ। ਦੂਸਰੀ ਇਹ ਦੇਖਣਾ ਹੈ ਵੀ ਕਿਸੇ ਕੰਸਲਟੈਂਟ ਨੂੰ ਜਾਂ ਲਾਇਰ ਨੂੰ ਤੁਸੀਂ ਆਪਣੀ ਐਪਲੀਕੇਸ਼ਨ ਚੈੱਕ ਕਰਾਓ ਕਿ ਹਾਂਜੀ ਕੀ ਔਨ ਦ ਬੇਸਿਸ ਆਫ ਦਿਸ ਇਨਫੋਰਮੇਸ਼ਨ ਕੀ ਇਹ ਕਰਨਾ ਚਾਹੀਦਾ ਦੁਬਾਰਾ। ਤਾਂ ਤੀਸਰਾ ਇਹ ਹੈ ਜੇ ਤੁਹਾਨੂੰ ਕਲੀਅਰ ਨਹੀਂ ਹੈਗਾ ਤਾਂ ਇੱਕ ATIP ਐਕਟ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ, ਉਹਦੇ ਵਿੱਚ ਜਾ ਕੇ ਤੁਸੀਂ ਆਪਣਾ
ਰੀਜ਼ਨ ਦੇਖ ਸਕਦੇ ਹੋ ਕਿ ਆਫੀਸਰ ਨੇ ਕਿਉਂ ਉਹ ਰਿਜੈਕਟ ਕੀਤਾ। ਸੋ ਔਨ ਦ ਬੇਸਿਸ ਆਫ ਦੈਟ ਤੁਸੀਂ ਡੈਫੀਨਿਟਲੀ ਉਸ ਨੂੰ ਅਪੀਲ ਵੀ ਕਰ ਸਕਦੇ ਹੋ ਵਿਦਿਨ 60 ਡੇਜ਼ ਕਿ ਮੇਰਾ ਵੀਜ਼ਾ ਜਿਹੜਾ ਹੈਗਾ ਇਹ ਅੰਡਰ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਮੈਂ ਸਾਰੇ ਆਪਣੇ ਡਾਕੂਮੈਂਟ ਪ੍ਰੂਵ ਕਰਦਾ ਹਾਂ ਕਿਉਂ ਇਹ ਕੀਤਾ ਗਿਆ ਰਿਫਿਊਜ਼। ਸੋ ਇਹ ਨਹੀਂ ਹੈ ਕਿ ਆਫੀਸਰ ਸਿੰਪਲੀ ਕਹੇ ਕਿ ਤੁਸੀਂ ਆਮ ਨਾਟ ਸੈਟੀਸਫਾਈਡ, ਉਹਨੂੰ ਵੀ ਇਹ ਪ੍ਰੂਵ ਕਰਨਾ ਪੈਣਾ ਵੀ ਉਹਨੇ ਕਿਉਂ ਰਿਫਿਊਜ਼ ਕੀਤਾ ਤੇ ਤੁਹਾਨੂੰ ਵੀ ਪ੍ਰੂਵ ਕਰਨਾ ਪੈਣਾ ਕਿ ਤੁਹਾਨੂੰ ਇਹ ਕਿਉਂ ਮਿਲਣਾ ਚਾਹੀਦਾ। ਕੁੱਲ ਮਿਲਾ ਕੇ ਮੈਨੂੰ ਲੱਗਦਾ ਤੇਂਦਰ ਜੀ ਵੀ ਕੰਸਲਟੈਂਟ ਜਿਹੜਾ ਹੈਗਾ ਉਹਦੇ ਤੋਂ ਬਿਨਾ ਤੁਸੀਂ ਆਪੇ ਟਰਾਈ ਕਰੋਗੇ, ਆਪੇ ਮਗਜ਼ਪੱਚੀ ਕਰਨ ਦੀ ਕੋਸ਼ਿਸ਼ ਕਰੋਗੇ, ਜਾਂ ਕਹਿ ਲਓ ਕਈ ਵਾਰੀ ਅਸੀਂ ਕਹਿੰਦੇ ਵੀ ਠੀਕ ਹੈ ਟੋਲ ਲੱਗ ਗਿਆ ਤਾਂ ਠੀਕ ਹੈ, ਉਹ ਗੱਲ ਬਣਨੀ ਨਹੀਂ। ਸੋ ਕੋਈ ਵੀ ਕੇਸ ਹੋਵੇ ਤੇ ਮੈਨੂੰ ਲੱਗਦਾ ਕਿ ਜਿਹੜਾ ਤੁਹਾਨੂੰ ਇਮੀਗ੍ਰੇਸ਼ਨ ਰਿਪਰੈਜ਼ੈਂਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ, ਤੁਹਾਨੂੰ ਜਿਹੜਾ ਕੰਸਲਟੈਂਟ ਜਿਹੜਾ ਗਾਈਡ ਕਰੇਗਾ, ਇਹ ਗੱਲ ਕਾਫੀ ਹੱਦ ਤੱਕ ਸਮਝਣ ਦੀ ਲੋੜ ਹੈ। ਬਿਲਕੁਲ ਜੀ, ਤੁਸੀਂ ਇਹ ਮੇਕ ਸ਼ੋਰ ਕਰ ਲਓ ਜੀ ਕਿ ਤੁਸੀਂ ਜਿਹੜੇ ਇੰਨੇ ਪੈਸੇ ਲਗਾ ਰਹੇ ਹੋ ਉਹ ਵਰਥ ਕਰਦੇ ਆ ਤੁਹਾਡੇ ਟਾਈਮ ਨੂੰ, ਔਰ ਜਿਹੜੀ ਐਪਲੀਕੇਸ਼ਨ ਹੈ ਉਸ ਨੂੰ ਪ੍ਰੋਪਰ ਵੇ ਨਾਲ ਸਬਮਿਟ ਕੀਤਾ ਗਿਆ। ਜੇ ਤੁਸੀਂ ਐਪਲੀਕੇਸ਼ਨ ਆਪਣੇ ਆਪ ਲਗਾਉਣਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਤੁਸੀਂ ਕੰਸਲਟੇਸ਼ਨ ਬੁੱਕ ਕਰੋ ਔਰ ਪੁੱਛੋ ਆਪਣੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਜਾਂ ਇਮੀਗ੍ਰੇਸ਼ਨ ਲਾਇਰ ਨੂੰ ਕਿ ਮੈਂ ਐਪਲੀਕੇਸ਼ਨ ਆਪਣੇ ਆਪ ਲਗਾਉਣੀ ਆ, ਤੂੰ ਸਿਰਫ ਮੈਨੂੰ ਇਹ ਦੱਸਣਾ ਹੈ ਕਿ ਮੇਰੀ ਐਪਲੀਕੇਸ਼ਨ ਸਟਰੋਂਗ ਕਿੱਦਾਂ ਹੋ ਸਕਦੀ ਹੈ। ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਇਹ ਡਾਕੂਮੈਂਟੇਸ਼ਨ ਹੈ, ਮੈਂ ਕੀ ਕਰ ਸਕਦਾ ਇਹ ਜਿਹੜਾ ਮੇਰੀ ਐਪਲੀਕੇਸ਼ਨ ਸਟਰੋਂਗ ਹੋ ਸਕਦੀ ਹੈ। ਤੇ ਇਹ ਜਿਹੜਾ ਵਨ ਆਫ ਦਾ ਬੈਸਟ ਤੁਸੀਂ ਹੈਗਾ ਜੇ ਆਪਣੇ ਆਪ ਕਰਨਾ ਆ। ਬਾਕੀ ਐਟ ਦਾ ਐਂਡ ਮੈਂ ਇੱਕ ਐਗਜ਼ਾਮਪਲ ਹੋਰ ਦੇਵਾਂ ਕਿ ਜੇ ਮੈਂ ਕਹਾਂ ਮੈਨੂੰ ਰੋਟੀ ਬਣਾਉਣੀ ਆਉਂਦੀ ਹੈ, ਯੈਸ ਮੈਨੂੰ ਆਉਂਦੀ ਹੈ, ਪਰ ਜੇ ਮੈਂ ਕਹਾਂ ਕਿ ਮੈਂ ਬਣਾ ਕੇ ਉਹੋ ਜਿਹਾ ਸਵਾਦ ਲੈ ਲੂੰਗਾ ਜਿਹੜਾ ਮੇਰੇ ਘਰੇ ਮੇਰੇ ਵਾਈਫ ਬਣਾਉਂਦੇ ਜਾਂ ਮੇਰੇ ਮਦਰ ਬਣਾਉਂਦੇ ਆ, ਨੋ ਇਟਸ ਨਾਟ ਪੋਸੀਬਲ। ਗੋਲ ਨਹੀਂ ਬਣਨੀ ਸਾਡੇ ਕੋਲ ਤਾਂ। ਹਾਂਜੀ, ਖਾਣ ਯੋਗ ਆਪਾਂ ਕਹਿ ਦਾਂਗੇ, ਖਾਣ ਜੋਗੀ ਹੋ ਸਕਦੀ ਤੇ ਢਿੱਡ ਭਰ ਗਿਆ ਕੋਈ ਗੱਲ ਨਹੀਂ, ਪਰ ਉਹ ਜਿਹੜਾ ਸਵਾਦ ਨਹੀਂ ਆਉਂਦਾ ਉਸ ਜਿਹੜਾ ਮਦਰ ਦੇ ਹੱਥ ਦਾ ਜਾਂ ਭੈਣ ਦੇ ਹੱਥ ਦਾ ਜਾਂ ਵਾਈਫ ਦੇ ਹੱਥ ਦਾ। ਜੀ ਬਿਲਕੁਲ, ਕਿਉਂਕਿ ਉਹਦੇ ਪਿੱਛੇ ਨੌਲੇਜ ਵੀ ਹੈ ਜੀ, ਔਰ ਉਹਦੇ ਪਿੱਛੇ ਸਟੱਡੀ ਵੀ ਹੈ ਜੀ। ਬਿਲਕੁਲ, ਔਰ ਇਮੀਗ੍ਰੇਸ਼ਨ ਰੈਗੂਲੇਸ਼ਨਸ ਐਕਟ ਦੇ ਆਲੇ ਦੁਆਲੇ ਹੀ ਘੁੰਮਦੇ ਆ। ਤੁਸੀਂ ਜਿਹੜਾ ਸੈਕਸ਼ਨ ਜਿਹੜਾ ਕੇਸ ਅਪਲਾਈ ਕਰਨਾ ਉਹਦੇ ਅੰਦਰ ਤੁਸੀਂ ਕਿਹੜੇ ਸੈਕਸ਼ਨ ਦੇ ਵਿੱਚ ਤੁਸੀਂ ਉਹ ਸਾਰੀਆਂ ਚੀਜ਼ਾਂ ਡਿਫਾਈਨ ਕਰਦੇ ਹੋ। ਔਰ ਸਿੰਪਲੀ ਫਰਕ ਇਹ ਹੈ ਕਿ ਜਦੋਂ ਤੁਸੀਂ ਕੋਈ ਐਪਲੀਕੇਸ਼ਨ ਲਗਾਉਣੀ ਹੈ ਤੁਸੀਂ ਆਪਣੇ ਡਾਕੂਮੈਂਟ ਤੇ ਫੋਕਸ ਕਰਦੇ ਹੋ, ਪਰ ਜਦੋਂ ਕੋਈ ਇਮੀਗ੍ਰੇਸ਼ਨ ਰੀਪ੍ਰੈਜ਼ੈਂਟੇਟਿਵ ਤੁਹਾਡੀ ਐਪਲੀਕੇਸ਼ਨ ਲਾਉਂਦਾ ਤਾਂ ਉਹ ਇਹ ਫੋਕਸ ਕਰਦਾ ਵੀ ਇਸ ਇਮੀਗ੍ਰੇਸ਼ਨ ਐਕਟ ਦੇ ਅੰਦਰ ਜਿਹੜਾ ਸੈਕਸ਼ਨ ਹੈ ਉਹਦੇ ਅੰਡਰ ਇਹ ਸਾਰੀਆਂ ਚੀਜ਼ਾਂ ਕੰਪਲੀਟ ਕਰਦਾ ਆ ਜਾਂ ਨਹੀਂ ਕਰਦਾ। ਜੇ ਉਹ ਨਹੀਂ ਕਰਦਾ ਤਾਂ ਉਸ ਨੂੰ ਇਹ ਕਲੀਅਰਲੀ ਦੱਸਣਾ ਪੈਂਦਾ ਹੈ ਕਿ ਹਾਂਜੀ ਇਹ ਚੀਜ਼ਾਂ ਦੀ ਕਮੀ ਕਰਕੇ ਤੁਹਾਡੀ ਐਪਲੀਕੇਸ਼ਨ ਹੈ ਜਿਹੜੀ ਉਹ ਅਸੀਂ ਨਹੀਂ ਸਬਮਿਟ ਕਰ ਸਕਦੇ ਜਾਂ ਫਿਰ ਅਸੀਂ ਇਸ ਨੂੰ ਸਟਰੋਂਗ ਕਰਕੇ ਸਬਮਿਟ ਕਰ ਸਕਦੇ ਹਾਂ। ਬੜੀ ਮਿਹਰਬਾਨੀ, ਤੁਸੀਂ ਵਿਸਥਾਰ ਨਾਲ ਡਿਟੇਲ ਨਾਲ ਸਾਰੀ ਗੱਲ ਦੱਸੀ। ਤੁਹਾਨੂੰ ਕੰਟੈਕਟ ਕਰਨਾ ਹੋਵੇ, ਕੰਸਲਟੇਸ਼ਨ ਤੁਹਾਡੇ ਕੋਲ ਲੈਣੀ ਹੋਵੇ, ਕਿਵੇਂ ਕੰਟੈਕਟ ਕੀਤਾ ਜਾ ਸਕਦਾ? ਜੀ ਬਿਲਕੁਲ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 2049622294 ਔਰ ਮੈਨੂੰ ਈਮੇਲ ਕਰ ਸਕਦੇ ਹੋ executiveIMM@gmail.com executiveIMM@gmail.com ਔਰ ਐਗਜ਼ੈਕਟਿਵ ਇਮੀਗ੍ਰੇਸ਼ਨ ਸਰਵਿਸਿਜ਼ ਤੁਹਾਡੇ ਲਈ ਆਲਵੇਜ਼ ਹਾਜ਼ਰ ਹੈ ਜੀ। ਮਿਹਰਬਾਨੀ ਤੇਂਦਰ ਜੀ, ਤੁਸੀਂ ਸਮਾਂ ਕੱਢਿਆ ਔਰ ਸਾਡੇ ਸਰੋਤਿਆਂ ਨੂੰ, ਫੇਸਬੁੱਕ ਤੇ YouTube ਤੇ ਵੇਖਣ ਵਾਲੇ ਸਾਡੇ ਦਰਸ਼ਕਾਂ ਨੂੰ ਬੜੀ ਮਾਰ ਜਿਹੜੀ ਪ੍ਰੋਫੈਸ਼ਨਲ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਪਾਸ ਕੀਤੀ ਹੈ। ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ ਜੀ।